क्योंकि अंदर एक रोह भी है, एक दर्द भी है कि जो असी उत्थे तां नहीं जा सकते है ना। कोई इत्थे पढ़ रहा, किसी दी कोई भी मजबूरियां ने। ਜਿਹੜੇ ਕੁਐਸਚਨ ਕਰ ਰਹੇ ਨੇ ਉਹ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਜਿਹੜੇ ਉਹ ਨੈਰੇਟਿਵ ਨੂੰ ਦੱਬਣਾ ਚਾਹੁੰਦੇ ਨੇ, ਦੂਜਾ ਜਿਨ੍ਹਾਂ ਨੂੰ ਪੰਜਾਬ ਦਾ ਨੈਰੇਟਿਵ ਤੇ ਪੰਜਾਬ ਦੇ ਜੀਵਨ ਜਾਂਚ ਦੀ ਸਮਝ ਜਾਂ ਅਵੇਅਰਨੈਸ ਨਹੀਂ ਹੈ। ਪਰ ਉਹ ਵੀ ਹੁਣ ਉੱਥੇ ਇਕੱਠੇ ਨੇ ਹਨਾ, ਸਾਰੇ ਧਰਮ ਇਕੱਠੇ ਨੇ। ਉਹੀ ਗੱਲ ਇੱਥੇ ਵੀ ਹੋਈ ਹੈ। ਤੇ ਬੜਾ ਪੋਜ਼ਿਟਿਵ ਸਾਈਨ ਹੈ ਵੀ ਹੋਰ ਕਮਿਊਨਿਟੀਜ਼ ਵੀ ਸਾਡੇ ਨਾਲ ਟਵਿੱਟਰ ਦੇ ਉੱਤੇ ਸਾਡੇ ਨਾਲ ਉਹ ਵੀ ਮੋਰਚੇ ਦੇ ਵਿੱਚ ਸ਼ਾਮਲ ਹੋ ਰਹੀਆਂ। ਪੰਜਾਬ ਤੋਂ ਉੱਠੀ ਚਿਣਗ ਅੱਜ ਇੰਟਰਨੈਸ਼ਨਲ ਮੂਵਮੈਂਟ ਬਣ ਚੁੱਕੀ ਹੈ। ਟੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇੰਡੀਆ ਦੇ ਵਿੱਚ ਕਿਸਾਨ ਅੰਦੋਲਨ ਫਾਰਮਰ ਪ੍ਰੋਟੈਸਟ ਜਿਹੜਾ ਐਨ ਸਿਖਰਾਂ ਦੇ ਉੱਤੇ ਹੈ, ਜਿੱਥੇ ਭਾਈਚਾਰੇ ਦੇ ਲੋਕ ਵਸੇ ਨੇ ਉੱਥੋਂ ਤੱਕ ਪ੍ਰੋਟੈਸਟ ਦੇ ਨਾਲ ਲੋਕੀ ਅਵੇਅਰਨੈਸ ਫੈਲਾ ਰਹੇ ਨੇ। ਅਲੱਗ-ਅਲੱਗ ਕਮਿਊਨਿਟੀਜ਼ ਦੇ ਵਿੱਚ ਅਲੱਗ-ਅਲੱਗ ਮਾਧਿਅਮ ਰਾਹੀਂ ਅਵੇਅਰਨੈਸ ਫੈਲਾਈ ਜਾ ਰਹੀ ਹੈ। ਸੋ ਇਸੇ ਸੰਬੰਧੀ ਇੰਟਰਨੈਸ਼ਨਲ ਸਟੂਡੈਂਟਸ ਵੀ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਜਿਸ ਥਾਵਾਂ ਦੇ ਉੱਤੇ ਉਹ ਮੌਜੂਦ ਨੇ। ਸੋ ਇਸ ਦੇ ਲਈ ਗੱਲਬਾਤ ਕਰਨ ਲਈ ਸਾਡੇ ਨਾਲ ਟੀਮ ਵੀ ਕੇਅਰ ਦੇ ਕੁਝ ਵਲੰਟੀਅਰਸ ਮੌਜੂਦ ਨੇ। ਟੀਮ ਵੀ ਕੇਅਰ ਇੱਕ ਸੰਸਥਾ ਹੈ ਜੋ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਕਰਦੀ ਹੈ। ਸੋ ਉਹਨਾਂ ਦੇ ਵਲੰਟੀਅਰਸ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿਸ ਢੰਗ ਨਾਲ ਉਹ ਪੀਸਫੁਲ ਪ੍ਰੋਟੈਸਟ ਕਰ ਰਹੇ ਨੇ ਤੇ ਕਿਸ ਢੰਗ ਨਾਲ ਉਹ ਅਵੇਅਰਨੈਸ ਫੈਲਾ ਰਹੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੀਸਫੁਲ ਪ੍ਰੋਟੈਸਟ ਦੀ। ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਕਿਸਾਨੀ ਅੰਦੋਲਨ ਇੰਡੀਆ ਦੇ ਵਿੱਚ ਚੱਲ ਰਿਹਾ ਅਤੇ ਉਹਦੇ ਰਿਲੇਟਿਡ ਤੁਸੀਂ ਆਪਣੇ ਲੈਵਲ ਦੇ ਉੱਤੇ ਅਵੇਅਰਨੈਸ ਫੈਲਾ ਰਹੇ ਹੋ। ਸੋ ਉਹ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਉਹ ਜਿਹੜਾ ਮਾਡਲ ਹੈ ਉਹ ਕਿਸ ਹਿਸਾਬ ਨਾਲ ਤਿਆਰ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਵੇਂ ਤੁਹਾਨੂੰ ਪਤਾ ਕਿ ਟੀਮ ਵੀ ਕੇਅਰ ਦਾ ਜਿਹੜਾ ਕੰਸੈਪਟ ਆ ਉਹ ਹੈਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰਨਾ ਹੈ ਨਾ। ਸੋ ਉਹਦੇ ਵਿੱਚ ਹੀ ਉਹਦਾ ਵੀ ਇੱਕ ਹਿੱਸਾ ਆਉਂਦਾ ਹੈ ਨਾ। ਹੁਣ ਪਿੱਛੇ ਅਸੀਂ ਦੇਖ ਰਹੇ ਹਾਂ ਜਿਹੜੀ ਚੀਜ਼ ਨਾਲ ਅਸੀਂ ਆਲਰੇਡੀ ਜੂਝ ਰਹੇ ਸੀਗੇ ਉਹ ਸੀਗਾ ਕੋਵਿਡ, ਅਤੇ ਉਹਦੇ ਰਿਲੇਟਡ ਜਿਹੜੀਆਂ ਵੀ ਪ੍ਰੋਬਲਮਸ ਆ ਰਹੀਆਂ ਸੀਗੀਆਂ, ਚਾਹੇ ਉਹ ਜੋਬ ਦੇ ਰਿਲੇਟਡ ਹੋਵੇ ਅਤੇ ਚਾਹੇ ਉਹ ਮੈਂਟਲ ਪ੍ਰੈਸ਼ਰ ਹੋਵੇ। ਇਹ ਚੀਜ਼ ਇੱਕ ਉਹਦੇ ਵਿੱਚੋਂ ਹੋਰ ਆ ਗਈ, ਕਿਉਂਕਿ ਜ਼ਿਆਦਾਤਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਖਾਸ ਤੌਰ 'ਤੇ ਪੰਜਾਬ 'ਚੋਂ ਅਤੇ ਹਰਿਆਣੇ 'ਚੋਂ, ਉਹ ਖੇਤੀਬਾੜੀ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ। ਸੋ ਜਦੋਂ ਇਹੋ ਜਿਹੀ ਖਬਰ ਸਟਾਰਟ ਹੋਈ, ਇਹ ਹੁਣ ਤੋਂ ਨਹੀਂ 26 ਨਵੰਬਰ ਤੋਂ ਨਹੀਂ, ਉਦੋਂ ਤੋਂ ਜਦੋਂ ਤੋਂ ਇਹ ਬਿੱਲ ਪਾਸ ਹੋਏ ਅਤੇ ਪੰਜਾਬ ਅਤੇ ਹਰਿਆਣੇ ਦੇ ਵਿੱਚ ਇਹਦੇ ਰਿਲੇਟਡ ਜਿਹੜੇ ਹੈਗੇ ਪ੍ਰੋਟੈਸਟ ਉਹ ਸਟਾਰਟ ਹੋਏ ਹੈ ਨਾ। ਸੋ ਉਸ ਟਾਈਮ ਦੇ ਉੱਤੇ ਇੱਕ ਪ੍ਰੈਸ਼ਰ ਸੀਗਾ। ਸੋ ਉਹਨਾਂ ਦੀ ਇੱਕ ਆਵਾਜ਼ ਬਣ ਕੇ ਅਸੀਂ ਅੱਗੇ ਆਏ ਹਾਂ ਹੈ ਨਾ, ਇੱਕ ਸਾਂਝਾ ਪਲੈਟਫਾਰਮ। ਕਿਉਂਕਿ ਵੀ ਕੇਅਰ ਸਾਰਿਆਂ ਦੀ ਨੁਮਾਇੰਦਗੀ ਕਰਦੀ ਹੈ। ਇੱਥੇ ਅਸੀਂ ਤਕਰੀਬਨ 10,000 ਤੋਂ ਜ਼ਿਆਦਾ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਸਾਰੇ ਕੈਨੇਡਾ ਦੇ ਵਿੱਚ ਉਹਦੇ ਨਾਲ ਜੁੜੇ ਹੋਏ ਨੇ। ਸੋ ਅਸੀਂ ਉਹਨਾਂ ਦੀ ਨੁਮਾਇੰਦਗੀ ਕਰ ਰਹੇ ਹਾਂ, ਉਹਨਾਂ ਦੀ ਜਿਹੜੀਆਂ ਫਿਕਰਾਂ ਨੇ ਹੈ ਨਾ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਹਾਂ। ਅਤੇ ਇਹਦੇ ਵਿੱਚ ਜਿਹੜੇ ਪ੍ਰੋਟੈਸਟ ਨੇ ਆਪਣੇ ਹੈ ਨਾ, ਸਭ ਤੋਂ ਪਹਿਲਾਂ ਜਿਹੜੇ ਸ਼ੁਰੂ ਹੋਏ ਉਹ ਹੋਏ ਸੀਗੇ ਔਰਗਨਾਈਜ਼ ਤਰੀਕੇ ਦੇ ਨਾਲ ਬੈਨਰਸ ਲੈ ਕੇ ਖੜ੍ਹਨਾ। ਕਿਉਂਕਿ ਅੰਦਰ ਇੱਕ ਰੋਹ ਵੀ ਹੈ, ਇੱਕ ਦਰਦ ਵੀ ਆ ਕਿ ਜੋ ਅਸੀਂ ਉੱਥੇ ਤਾਂ ਨਹੀਂ ਜਾ ਸਕਦੇ ਹੈ ਨਾ। ਕੋਈ ਇੱਥੇ ਪੜ੍ਹ ਰਿਹਾ, ਕਿਸੇ ਦੀਆਂ ਕੋਈ ਵੀ ਮਜਬੂਰੀਆਂ ਨੇ, ਅਸੀਂ ਉੱਥੇ ਨਹੀਂ ਪਹੁੰਚ ਸਕੇ, ਪਰ ਕਿਸੇ ਨਾ ਕਿਸੇ ਤਰੀਕੇ ਅਸੀਂ ਉਹਦੇ ਵਿੱਚ ਆਪਣੀ ਕੰਟਰੀਬਿਊਸ਼ਨ ਜਿਹੜੀ ਉਹ ਦੇ ਸਕੀਏ। ਸੋ ਉਸੇ ਦਾ ਹਿੱਸਾ ਸੀਗਾ ਸਭ ਤੋਂ ਪਹਿਲਾਂ ਬੈਨਰ ਲੈ ਕੇ ਖੜ੍ਹਨਾ ਹੈ ਨਾ। ਉਸ ਤੋਂ ਬਾਅਦ ਚਾਹੇ ਉਹ ਟਵਿੱਟਰ ਦੇ ਉੱਤੇ ਮੋਰਚਾ ਲੈ ਕੇ ਆਉਣਾ ਹੋਵੇ ਹੈ ਨਾ। ਸੋ ਜਿਸ ਵੀ ਤਰੀਕੇ ਨਾਲ ਕਰ ਸਕਦੇ ਹੋਏ, ਕਈ ਵਿਦਿਆਰਥੀਆਂ ਨੇ ਆਪਣੇ ਪਿੰਡ ਪੈਸੇ ਭੇਜਿਆ ਕਿ ਜੇਕਰ ਕਿਸੇ ਨੇ ਉੱਥੇ ਆਪਣਾ ਦਿੱਲੀ ਜਾਣਾ ਹੋਵੇ ਹੈ ਨਾ, ਤਾਂ ਜਿਹੜਾ ਉਹਨਾਂ ਦਾ ਖਰਚਾ ਪਾਣੀ ਅਸੀਂ ਸਾਂਝੇ ਤੌਰ ਦੇ ਉੱਤੇ ਭੇਜਾਂਗੇ। ਤਾਂ ਉਹਨਾਂ ਦੀ ਜਿਹੜੀ ਇੱਕ ਆਵਾਜ਼, ਉਹਨਾਂ ਦੇ ਲਈ ਇੱਕ ਪਲੈਟਫਾਰਮ ਹੈ ਟੀਮ ਵੀ ਕੇਅਰ ਨੇ ਜਿਹੜਾ ਬਸ ਉਹੀ ਅੱਗੇ ਲੈ ਕੇ ਆਉਂਦਾ। ਜਸ਼ਨ ਭਾਈ, ਇੱਥੇ ਇੱਕ ਗੱਲ ਕਰਨੀ ਬਣਦੀ ਹੈ ਕਿ ਜਦੋਂ ਹੁਣ ਪ੍ਰੋਟੈਸਟ ਦੀ ਗੱਲ ਹੋਈ ਹੈ, ਅਵੇਅਰਨੈਸ ਭਾਈਚਾਰੇ ਵੱਲੋਂ ਆਪਣੇ ਲੈਵਲ ਦੇ ਉੱਤੇ ਫੈਲਾਈ ਜਾ ਰਹੀ ਹੈ, ਇਹਦੇ ਨਾਲ ਇੱਕ ਯੂਨਾਈਟਿਡ ਜਿਹੜਾ ਫਰੰਟ ਆ ਉਹ ਦੇਖਣ ਨੂੰ ਮਿਲਦਾ ਭਾਈਚਾਰੇ ਦੇ ਵਿੱਚ ਵੀ ਸਾਰੇ ਲੋਕ ਇਕੱਠੇ ਹੋ ਗਏ, ਸਾਰੇ ਇੱਕ ਤਰ੍ਹਾਂ ਕਹਿ ਲਓ ਵੀ ਵੱਖ-ਵੱਖ ਏਜ ਗਰੁੱਪਸ ਦੇ ਜਾਂ ਜਿਨ੍ਹਾਂ ਦੇ ਮਤਲਬ ਵੀ ਥਿੰਕਿੰਗਸ ਵੀ ਅਲੱਗ ਸੀਗੀਆਂ ਜਾਂ ਉਹ ਇੱਕ ਪਲੈਟਫਾਰਮ ਦੇ ਅੰਡਰ ਆ ਗਏ ਨੇ। ਸੋ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇਹ ਬਹੁਤ ਪੋਜ਼ੀਟਿਵ ਹੈ ਬਾਈ, ਜਿਵੇਂ ਕਮਾਲ ਹੈ ਸਾਰੇ ਪਾਸੇ ਹੈ ਨਾ। ਚਾਹੇ ਜੇ ਜੋ ਦਿੱਲੀ 'ਚ ਵਰਤਾਰਾ ਹੋ ਰਿਹਾ ਉਹ ਵੀ ਕਮਾਲ ਹੈ, ਜੋ ਉੱਥੇ ਪੰਜਾਬ ਅਤੇ ਹਰਿਆਣਾ ਜਿਨ੍ਹਾਂ ਨੂੰ ਰਾਈਵਲਰੀਜ਼ ਕਿਹਾ ਜਾਂਦਾ ਹੈ ਨਾ, ਇੱਕ ਦੂਜੇ ਦੇ ਖਿਲਾਫ ਕਿਹਾ ਜਾਂਦਾ, ਚਾਹੇ ਪਾਣੀਆਂ ਦੇ ਮੁੱਦੇ 'ਤੇ ਹੋਵੇ ਚਾਹੇ ਕਿਵੇਂ, ਪਰ ਉਹ ਵੀ ਹੁਣ ਉੱਥੇ ਇਕੱਠੇ ਨੇ ਹੈ ਨਾ। ਸਾਰੇ ਧਰਮ ਇਕੱਠੇ ਨੇ। ਉਹੀ ਗੱਲ ਇੱਥੇ ਵੀ ਹੋਈ ਹੈ ਨਾ। ਇੰਟਰਨੈਸ਼ਨਲ ਸਟੂਡੈਂਟਸ ਅਤੇ ਇੱਥੇ ਸਾਡੇ ਭਾਈਚਾਰਾ ਪਹਿਲਾਂ ਆਇਆ ਹੋਇਆ, ਉਹਨਾਂ ਦੇ ਵਿੱਚ ਇੱਕ ਗੈਪ ਕਿਹਾ ਜਾਂਦਾ ਕਿ ਇਹਨਾਂ ਦੇ ਵਿੱਚ ਗੈਪ ਆ, ਅਤੇ ਲਗਾਤਾਰ ਜਿਹੜਾ ਇਸ ਚੀਜ਼ ਦੇ ਬਾਬਤ ਕੋਈ ਨਾ ਕੋਈ ਜਿਹੜੀ ਪ੍ਰੋਬਲਮ ਆਉਂਦੀ ਰਹਿੰਦੀ ਆ। ਪਰ ਇਸ ਮੌਕੇ ਸਾਰੇ ਅਸੀਂ ਇਕਜੁੱਟ ਨਾ, ਚਾਹੇ ਉਹ ਅੰਤਰਰਾਸ਼ਟਰੀ ਵਿਦਿਆਰਥੀ ਦੇ ਸਾਡਾ ਜਿਹੜਾ ਭਾਈਚਾਰਾ ਇੱਥੇ ਪਹਿਲਾਂ ਆਇਆ ਹੋਇਆ ਉਹ ਹੁਣ, ਚਾਹੇ ਜਿਹੜੇ ਇੱਥੋਂ ਦੇ ਜੰਪਲ ਬੱਚੇ ਨੇ ਅਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੋਣ, ਸਾਰੇ ਇੱਕੋ ਮੋਰਚੇ 'ਤੇ ਲੜ ਰਹੇ ਨੇ। ਸਾਰੇ ਜਿਹੜਾ ਔਨਲਾਈਨ ਚਾਹੇ ਉਹ ਨੈਰੇਟਿਵ ਹੋਵੇ ਉਹਨੂੰ ਤੋੜਨਾ ਹੋਵੇ, ਪੰਜਾਬ ਬਾਰੇ ਹੋਰ ਜਾਣਨਾ ਹੋਵੇ, ਅਤੇ ਇਹਦੇ ਵਿੱਚ ਸਾਰਿਆਂ ਨੂੰ ਸ਼ਾਬਾਸ਼ੀ ਵੀ ਹੈ ਅਤੇ ਸਾਰਿਆਂ ਦਾ ਧੰਨਵਾਦ ਵੀ ਹੈ ਜੋ ਸਾਰੇ ਜਾਣੇ ਇਕੱਠੇ ਹੋਏ ਹਾਂ ਅਸੀਂ ਇਸ ਦੇ ਉੱਤੇ ਹੈ ਨਾ। ਪਰ ਨਾਲ ਜਿਹੜੀ ਚੀਜ਼ ਉੱਤੇ ਸਾਨੂੰ ਧਿਆਨ ਰੱਖਣ ਦੀ ਹੋਰ ਵੀ ਲੋੜ ਹੈ ਕਿ ਇਹ ਜਿਹੜੀ ਅਸੀਂ ਗੱਲਬਾਤ ਸਟਾਰਟ ਕੀਤੀ ਹੈ, ਜਿਹੜੇ ਅਸੀਂ ਇਕੱਠੇ ਹੋਏ ਹਾਂ, ਇਹ ਸਿਰਫ ਉਦੋਂ ਤੱਕ ਨਹੀਂ ਹੈਗਾ ਜਦੋਂ ਤੱਕ ਸਾਡਾ ਇਹ ਮੋਰਚਾ ਨਹੀਂ ਫਤਿਹ ਹੁੰਦਾ। ਇਹ ਚੀਜ਼ ਲਗਾਤਾਰ ਜ਼ਿੰਮੇਵਾਰੀ ਅਸੀਂ ਚੱਕ ਤਾਂ ਲਈ ਹੈ, ਪਰ ਜ਼ਿੰਮੇਵਾਰੀ ਵੱਡੀ ਬਹੁਤ ਆ ਅਤੇ ਅਸੀਂ ਸਾਰਿਆਂ ਨੂੰ ਨਿਭਾਉਣੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਹੈ ਨਾ। ਇਸ ਤੋਂ ਬਾਅਦ ਵੀ ਮੋਰਚੇ ਦੇ ਫਤਿਹ ਹੋਣ ਤੋਂ ਬਾਅਦ ਵੀ ਸਾਨੂੰ ਜਿਹੜੇ ਆਪਣੇ ਫਰਜ਼ ਨੇ, ਜਿਹੜੀਆਂ ਸਮੱਸਿਆਵਾਂ ਨੇ ਹੈ ਨਾ ਕਿਸਾਨਾਂ ਦੀਆਂ ਜਾਂ ਪੰਜਾਬ ਦੀਆਂ ਜਾਂ ਹਰਿਆਣੇ ਦੀਆਂ, ਉਹਨਾਂ ਨੂੰ ਸਾਨੂੰ ਇਕੱਠੇ ਬੈਠ ਕੇ ਹੈ ਨਾ ਸਿਰ ਜੋੜ ਕੇ ਬੈਠਣਾ ਚਾਹੀਦਾ, ਅਤੇ ਉਹਨਾਂ ਦੀ ਜਿਹੜੀ ਗੱਲਬਾਤ ਹੈ, ਪ੍ਰੋਬਲਮਸ ਨੇ ਨਾ, ਉਹਨਾਂ 'ਤੇ ਲਗਾਤਾਰ ਕੰਮ ਕਰਨਾ ਚਾਹੀਦਾ।
ਅੱਛਾ, ਇੱਕ ਮੈਂ ਇੱਥੇ ਗੱਲ ਪੁੱਛਣੀ ਸੀਗੀ ਤੁਹਾਨੂੰ ਕਿ ਜਿਵੇਂ ਹੁਣ ਤੁਹਾਨੂੰ ਪਤਾ ਹੀ ਵੀ ਕੈਨੇਡਾ ਦੇ ਵਿੱਚ ਲਾਈਫ ਬਹੁਤ ਬਿਜ਼ੀ ਹੈ ਨਾ, ਤੇ ਕੋਵਿਡ-19 ਦੇ ਪੀਕ ਤੋਂ ਬਾਅਦ ਤੁਹਾਨੂੰ ਪਤਾ ਵੀ ਇਕਨੋਮੀ ਦੇ ਵਿੱਚ ਜੌਬ ਲਾਸਿਸ ਹੋਈਆਂ ਨੇ, ਤੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ, ਕਾਫੀ ਲੋਕ ਆਪਣੀਆਂ ਸ਼ਿਫਟਾਂ ਵੀ ਛੱਡ ਰਹੇ ਨੇ, ਤੇ ਤੁਸੀਂ ਉਹ ਚੀਜ਼ ਨੂੰ ਕਿੱਦਾਂ ਮੈਨੇਜ ਕਰਦੇ ਹੋ? ਮਤਲਬ ਵੀ ਇੱਕ ਤੇ ਸਾਇੰਸ ਲੈ ਕੇ ਖੜਨਾ ਉਹ ਆਪਣੇ ਆਪ ਦੇ ਵਿੱਚ ਇੱਕ ਗੱਲ ਹੈ, ਪਰ ਆਪਣਾ ਟਾਈਮ ਡੈਡੀਕੇਟ ਕਰਨਾ ਸਿਰਫ ਇੱਕ ਕਹਿ ਲਓ ਵੀ ਇੱਕ ਜਿਹੜੀ ਅਵੇਅਰਨੈਸ ਫੈਲਾਉਣ ਦੇ ਲਈ, ਉਸ ਚੀਜ਼ ਨੂੰ ਕਿਸ ਹਿਸਾਬ ਨਾਲ ਮਤਲਬ ਤੁਸੀਂ ਪਲਾਨ ਕਰਦੇ? ਹੁਣ ਇਹਦੇ ਵਿੱਚ ਜਿਹੜੀ ਅਖੀਰ ਨੂੰ ਜਿਹੜੀ ਕੰਟਰੀਬਿਊਸ਼ਨ ਆ ਸਾਰਿਆਂ ਦੇ ਲਈ ਹੈ ਨਾ, ਸਾਰਿਆਂ ਦਾ ਕਿਸੇ ਦੇ ਵਿੱਚ ਨਿੱਜੀ ਜਿਹੜਾ ਸਵਾਰਥ ਆ ਉਹ ਨਹੀਂ ਹੈਗਾ। ਅਖੀਰ ਨੂੰ ਜਿਹਦੀ ਜਿੱਤ ਹੋਣੀ ਚਾਹੀਦੀ ਉਹ ਪੰਜਾਬ ਦੀ ਹੋਣੀ ਚਾਹੀਦੀ ਆ। ਸੋ ਜਿੱਥੇ ਫਿਰ ਪੰਜਾਬ ਅੱਗੇ ਆ ਗਿਆ ਉੱਥੇ ਸਭ ਕੁਝ ਪਿੱਛੇ ਪੈ ਜਾਂਦਾ ਸਾਡਾ, ਹੈ ਨਾ। ਤੋਂ ਇਹੋ ਜਿਹੇ ਵੀ ਅਸੀਂ ਵਿਦਿਆਰਥੀਆਂ ਨੂੰ ਜਾਣਦੇ ਜਿਨ੍ਹਾਂ ਨੇ ਕੰਮ ਤੋਂ ਛੁੱਟੀਆਂ ਲਈਆਂ ਹੋਈਆਂ ਨੇ, ਹੈ ਨਾ, ਕਿਉਂਕਿ ਜਦੋਂ ਤੁਹਾਡੇ ਅੰਦਰ ਰੋਹ ਹੁੰਦਾ ਨਾ, ਤੁਹਾਡੇ ਅੰਦਰ ਦਰਦ ਹੁੰਦਾ, ਉਹ ਫਿਰ ਆਉਣਾ ਹੀ ਆਉਣਾ। ਤਾਂ ਜਿੰਨੀਆਂ ਉੱਥੋਂ ਦੀਆਂ ਗੱਲਾਂ ਨੇ ਪਏ, ਬੰਦਾ ਸੋਚੀ ਜਾਂਦਾ ਕਿ ਮੈਂ ਕੀ ਕਰਾਂ, ਹੈ ਨਾ। ਉਹਦੇ ਨਾਲ ਜਦੋਂ ਕੋਈ ਨਾ ਕੋਈ ਐਕਸ਼ਨ ਕਰਦੇ ਨੇ, ਹੈ ਨਾ, ਕਿਸੇ ਨਾਲ ਚਾਹੇ ਉਹ ਗੱਲਬਾਤ ਕਰਦੇ ਨੇ, ਕਿਸੇ ਨੂੰ ਅਵੇਅਰ ਕਰਦੇ ਨੇ, ਤਾਂ ਉਹਦੇ ਨਾਲ ਜਿਹੜਾ ਉਹਨਾਂ ਦਾ ਅੰਦਰਲਾ ਗੁੱਸਾ ਜਿਹੜਾ ਹੈ ਨਾ ਉਹ ਠੰਡਾ ਹੁੰਦਾ, ਜੋ ਉੱਥੇ ਉਹ ਜਾਣਾ ਚਾਹੁੰਦੇ, ਜੋ ਆਪਣੀ ਕੰਟਰੀਬਿਊਸ਼ਨ ਉਹ ਦੇਣੀ ਚਾਹੁੰਦੇ ਆ, ਉਹ ਠੰਡੀ ਹੁੰਦੀ ਹੈ ਨਾ। ਅਤੇ ਜਦੋਂ ਤੁਸੀਂ ਕੋਈ ਚੀਜ਼ ਨੂੰ ਕਰਨਾ ਚਾਹੁੰਦੇ ਹੋਈਏ ਅਸੀਂ, ਹੈ ਨਾ, ਤਾਂ ਫਿਰ ਬਾਕੀ ਜਿਹੜੇ ਕਾਰਨ ਨੇ ਉਹ ਬਹੁਤ ਪਿੱਛੇ ਪੈ ਜਾਂਦੇ ਨੇ, ਤੁਹਾਡਾ ਕਿਤੇ ਵੀ ਫਿਰ ਮਨ ਨਹੀਂ ਲੱਗਦਾ, ਹੈ ਨਾ। ਪੜ੍ਹ ਵੀ ਰਹੇ ਨੇ, ਪੇਪਰ ਵੀ ਚੱਲ ਰਹੇ ਨੇ ਹੁਣ ਤਾਂ, ਹੈ ਨਾ, ਪੇਪਰ ਵੀ ਦੇ ਰਹੇ ਨੇ, ਪਰ ਸਾਡੇ ਲਈ ਇਸ ਟਾਈਮ ਦੇ ਉੱਤੇ ਜਿਹੜੀ ਸਰਵ ਉੱਤਮ ਚੀਜ਼ ਹੈ, ਜਿਹੜੀ ਸਭ ਤੋਂ ਵੱਡੀ ਚੀਜ਼ ਆ, ਉਹ ਪੰਜਾਬ ਹੈ, ਅਤੇ ਉਹਦੇ ਲਈ ਸਾਨੂੰ ਜੋ ਵੀ ਕਰਨਾ ਪਊਗਾ ਅਸੀਂ ਉਹ ਕਰ ਰਹੇ ਹਾਂ। ਤੁਹਾਡਾ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਲਵਪ੍ਰੀਤ ਜੀ, ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਜਿਵੇਂ ਹੁਣ ਭਾਈ ਜ਼ਿਕਰ ਕੀਤਾ ਕਿ ਇਸ ਗੱਲ ਦਾ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਪਿਛਲੇ ਆਪਣੇ ਘਰਾਂ ਦੇ ਨਾਲ ਜੁੜੇ ਹੋਏ ਨੇ, ਸੋ ਕਿੱਦਾਂ ਤੁਹਾਨੂੰ ਇਹ ਅਪਡੇਟਸ ਮਿਲ ਰਹੀਆਂ ਨੇ ਵੀ ਇੰਡੀਆ ਦੇ ਵਿੱਚ ਜੋ ਹੋ ਰਿਹਾ? ਪਹਿਲਾਂ ਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਇੰਡੀਆ ਦੇ ਉੱਤੋਂ ਪਿੰਡਾਂ ਦੇ ਵਿੱਚੋਂ ਤਕਰੀਬਨ ਹੁਣ ਚਾਹੇ ਕੋਈ ਕਿਸਾਨੀ ਨਾਲ ਰਿਲੇਟਡ ਹੈਗਾ, ਚਾਹੇ ਨਹੀਂ ਹੈਗਾ, ਚਾਹੇ ਕੋਈ ਦੁਕਾਨਦਾਰ ਹੈ, ਸਾਰਿਆਂ ਨੂੰ ਸਮਝ ਪੈ ਗਈ ਜਿਹੜੀ ਇਹ ਲੜਾਈ ਹੈ ਸਾਡੀ ਹੋਣ ਦੀ ਹੈ, ਇਹ ਇਕੱਲਾ ਕਿਸਾਨ ਦਾ ਮੁੱਦਾ ਨਹੀਂ, ਇਹ ਸਾਰਿਆਂ ਦਾ ਮੁੱਦਾ ਬਣ ਗਿਆ। ਕਿਉਂਕਿ ਜਿਹੜਾ ਪੰਜਾਬ ਦਾ ਬੇਸਿਕਲੀ ਜਿਹੜਾ ਅਰਥਚਾਰਾ ਉਹ ਸਾਰਾ ਕਿਸਾਨੀ ਦੇ ਉੱਤੇ ਨਿਰਭਰ ਕਰਦਾ। ਸੋ ਹੁਣ ਨਾਲ ਕਿਸਾਨਾਂ ਦੇ ਨਾਲ ਦੁਕਾਨਦਾਰ, ਬਿਜ਼ਨਸਮੈਨ ਸਾਰੇ ਇਕਜੁੱਟ ਹੋ ਕੇ, ਆੜ੍ਹਤੀਏ, ਮਜ਼ਦੂਰ, ਮੁਨੀਮ, ਸਭ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਇਸ ਇੱਕ ਮੰਚ ਦੇ ਉੱਤੇ ਲੜਾਈ ਲੜ ਰਹੇ ਨੇ। ਤੁਸੀਂ ਕਿਸੇ ਐਸੇ ਸ਼ਖਸ ਨੂੰ ਜਾਣਦੇ ਹੋ ਜੋ ਤੁਹਾਡੇ ਪਿੰਡ ਤੋਂ ਜਾਂ ਤੁਹਾਡੇ ਸ਼ਹਿਰ ਤੋਂ ਗਿਆ ਹੋਵੇ ਦਿੱਲੀ ਮੋਰਚੇ ਦੇ ਵਿੱਚ? ਹਾਂਜੀ, ਤਕਰੀਬਨ ਸਾਡੇ ਪਿੰਡੋਂ 10 ਕੁ ਟਰਾਲੀਆਂ ਦੇ ਤਕਰੀਬਨ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਅਤੇ ਉਹਨਾਂ ਨੇ ਸ਼ਿਫਟਾਂ ਬੰਨੀਆਂ ਹੋਈਆਂ ਨੇ ਬਾਈ। ਜਿਵੇਂ 5 ਕੁ ਦਿਨ ਚਲੇ ਗਏ ਅਤੇ ਉਸ ਤੋਂ ਬਾਅਦ ਟਰਾਲੀਆਂ ਵਾਪਸ ਆ ਗਈਆਂ, 4 ਟਰਾਲੀਆਂ ਆ ਗਈਆਂ, 5 ਵਗ ਗਈਆਂ। ਸੋ ਇਸ ਤਰ੍ਹਾਂ ਦੇ ਨਾਲ ਚੱਲ ਰਿਹਾ। ਤੇ ਤੁਸੀਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਕਨੈਕਟਡ ਹੋ? ਮੰਨਦੇ ਆ ਵੀ 21st ਸੈਂਚੁਰੀ ਜਿਹੜੀ ਆ ਵੀ ਇੱਕ ਤਰ੍ਹਾਂ ਕਹਿ ਲਓ ਵੀ ਕਮਿਊਨੀਕੇਸ਼ਨ ਕਨੈਕਟਡ ਨੇ, ਹੈ ਨਾ, ਵੱਖ-ਵੱਖ ਐਪਸ ਬਣੀਆਂ ਹੋਈਆਂ ਨੇ, ਤੁਸੀਂ ਉਸ ਹਿਸਾਬ ਨੂੰ ਆਪਣੇ ਮਤਲਬ ਡੇਲੀ ਲਾਈਫ ਦੇ ਵਿੱਚ ਕਿੱਦਾਂ ਉਸ ਚੀਜ਼ ਨੂੰ ਜੋੜਦੇ ਹੋ? ਪਹਿਲਾਂ ਤਾਂ ਬਾਈ ਇੱਦਾਂ ਹੁੰਦਾ ਸੀਗਾ ਵੀ ਪਿੰਡ ਗੱਲ ਕਰੇ ਬਿਨਾਂ ਲੰਘਾ ਵੀ ਦਿੰਦੇ ਸੀ ਕੁਛ ਟਾਈਮ, ਪਰ ਹੁਣ ਤਾਂ ਹਰ ਰੋਜ਼ ਸਵੇਰੇ ਉੱਠਣ ਲੱਗੇ ਅਤੇ ਸ਼ਾਮ ਨੂੰ ਸੌਣ ਲੱਗੇ ਗੱਲ ਕਰਕੇ ਸੌਂ ਜਾਂਦਾ ਵੀ ਕੀ ਹੋ ਰਿਹਾ, ਅਤੇ ਅਸੀਂ ਕਨੈਕਟਡ ਹਾਂ। ਕਿਉਂਕਿ ਹੁਣ ਹੋਰ ਕੁਛ ਸੁੱਝਦੀ ਨਹੀਂ, ਹਰ ਟਾਈਮ ਪੰਜਾਬ ਦਾ ਫਿਕਰ ਅਤੇ ਕਿਸਾਨੀ ਦਾ ਫਿਕਰ ਹੈ ਵੀ ਕੀ ਹੋ ਰਿਹਾ ਉੱਥੇ, ਕੀ ਹੋਊਗਾ ਉੱਥੇ, ਅਤੇ ਇਹੀ ਗੱਲਾਂ ਚੱਲਦੀਆਂ ਨੇ ਹੁਣ ਤਾਂ ਬਸ ਚਾਰੇ ਪਾਸੇ। ਤੇ ਜਿਵੇਂ ਜ਼ਿਕਰ ਕੀਤਾ ਗਿਆ ਪਹਿਲਾਂ ਕਿ ਅਵੇਅਰਨੈਸ ਫੈਲਾਉਣ ਦੇ ਲਈ ਪ੍ਰੋਟੈਸਟ ਹੋ ਰਹੀਆਂ ਨੇ, ਜਿਵੇਂ ਅਤੇ ਤੁਹਾਡੇ ਨਾਲ ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਵੀ ਜਿਹਦੇ ਵਿੱਚ ਹੋਰ ਕੋਈ ਕਮਿਊਨਿਟੀ ਦੇ ਲੋਕ ਆ ਕੇ ਤੁਹਾਨੂੰ ਪੁੱਛ ਰਹੇ ਹੋਣ ਵੀ ਇਹ ਜਿਹੜੀ ਪ੍ਰੋਟੈਸਟ ਆ ਤੁਸੀਂ ਕਰ ਰਹੇ ਹੋ, ਜਿਹੜੀ ਅਵੇਅਰਨੈਸ ਫੈਲਾ ਰਹੇ ਹੋ, ਵੀ ਕਿਸ ਚੀਜ਼ ਬਾਰੇ ਹੈ? ਹਾਂਜੀ, ਇੱਕ ਬੜੀ ਪੋਜ਼ੀਟਿਵ ਚੀਜ਼ ਸਾਨੂੰ ਲੱਗੀ ਜਦੋਂ ਅਸੀਂ ਇੱਥੇ ਕੈਨੇਡਾ ਅਤੇ ਹੋਰ ਮਤਲਬ ਅਦਰ ਕਮਿਊਨਿਟੀਜ਼ ਦੇ ਵਿੱਚ ਜਾ ਕੇ ਜਦੋਂ ਅਸੀਂ ਪ੍ਰੋਟੈਸਟ ਕੀਤਾ, ਤਾਂ ਲੋਕਾਂ ਨੇ ਪਹਿਲਾਂ ਤਾਂ ਦੇਖ ਕੇ ਕੁਛ ਤਾਂ ਨਿਕਲ ਜਾਂਦੇ ਨੇ ਵੀ ਕੁਛ ਹੋ ਰਿਹਾ ਹੁਣ, ਅਤੇ ਕਈ ਆ ਕੇ ਰੁਕਦੇ ਨੇ, ਪੁੱਛਦੇ ਨੇ ਵੀ ਕੀ ਹੋ ਰਿਹਾ ਹੈ। ਫਿਰ ਉਹਨਾਂ ਨੂੰ ਅਸੀਂ ਸਮਝਾਉਣੇ ਆ, ਅਤੇ ਉਹਨਾਂ ਦੀ ਵੀ ਮਤਲਬ ਸੇਮ ਹੀ ਥਿੰਕਿੰਗ ਹੁੰਦੀ ਹੈ ਵੀ ਜੋ ਕੁਛ ਵੀ ਹੋ ਰਿਹਾ ਵਰਤਾਰਾ ਕਾਰਪੋਰੇਟ ਸੈਕਟਰ ਜਿਹੜਾ ਸਭ ਕੁਛ ਹੜੱਪਣ ਦੀ ਹੋੜ ਦੇ ਵਿੱਚ ਹੈ, ਬੜਾ ਗਲਤ ਹੋ ਰਿਹਾ, ਅਤੇ ਉਹ ਵੀ ਸਾਨੂੰ ਸਮਰਥਨ ਦਿੰਦੇ ਨੇ। ਅਤੇ ਬੜਾ ਪੋਜ਼ੀਟਿਵ ਸਾਈਨ ਹੈ ਵੀ ਹੋਰ ਕਮਿਊਨਿਟੀਜ਼ ਵੀ ਸਾਡੇ ਨਾਲ ਟਵਿੱਟਰ ਦੇ ਉੱਤੇ ਸਾਡੇ ਨਾਲ ਉਹ ਵੀ ਮੋਰਚੇ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ। ਅੱਛਾ, ਇੱਕ ਪਾਸਿਓਂ ਕੁਝ ਲੋਕ ਇਹ ਵੀ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਵੀ ਇਹ 7 ਸਮੁੰਦਰੋਂ ਪਾਰ ਤੁਸੀਂ ਬੈਠੇ ਹੋ ਅਤੇ ਤੁਹਾਡੀ ਪ੍ਰੋਟੈਸਟ ਜਾਂ ਤੁਹਾਡੀ ਅਵੇਅਰਨੈਸ ਦਾ ਵੀ ਮਤਲਬ ਇੰਡੀਆ ਤੱਕ ਕੀ ਜਿਹੜਾ ਪ੍ਰੈਸ਼ਰ ਪੈਣਾ, ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਹਾਂਜੀ, ਦੇਖੋ, ਹਰੇਕ ਬੰਦੇ ਦੀ ਆਪੋ ਆਪਦੀ ਸੋਚ ਹੈ, ਉਹਨੇ ਉਸ ਮੁਤਾਬਕ ਹੈ ਨਾ ਗੱਲ ਕਰਨੀ ਹੈ, ਅਤੇ ਇਹਦਾ ਫ਼ਰਕ ਬਿਲਕੁਲ ਪੈਂਦਾ ਹੈ। ਕਿਉਂਕਿ ਜੇ ਆਪਾਂ ਕਹੀਏ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਇੱਕ ਪੰਜਾਬ ਤੋਂ ਉੱਠੀ ਚਿਣਗ ਅੱਜ ਇੰਟਰਨੈਸ਼ਨਲ ਮੂਵਮੈਂਟ ਬਣ ਚੁੱਕੀ ਹੈ, ਉਹ ਤਾਂ ਹੀ ਬਣੀ ਹੈ ਜੇ ਇੱਥੇ ਜਿਹੜੇ ਪੰਜਾਬ ਤੋਂ ਆਏ ਧੀ ਪੁੱਤ ਨੇ ਅਤੇ ਜਿਹੜੇ ਉਰੇ ਦੇ ਜੰਮਪਲ ਨੇ, ਸਾਰੇ ਜਦੋਂ ਉਸ ਚੀਜ਼ ਨੂੰ ਪ੍ਰੋਟੈਸਟ ਕਰ ਰਹੇ ਨੇ, ਅਤੇ ਉਹਦੇ ਨਾਲ ਜਿਹੜੇ ਉਰੋਂ ਵੀ ਆਵਾਜ਼ ਉੱਠੀ, UN ਨੇ ਵੀ ਆਵਾਜ਼ ਚੱਕੀ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਵਾਜ਼ ਚੱਕੀ, UK ਤੋਂ, ਸੋ ਤਕਰੀਬਨ ਸਾਰੇ ਦੇਸ਼ਾਂ ਦੇ ਵਿੱਚੋਂ ਇਹਦੀ ਜਦੋਂ ਆਵਾਜ਼ ਉੱਠੀ ਹੈ, ਇਹ ਇੱਕ ਇੰਟਰਨੈਸ਼ਨਲ ਮੂਵਮੈਂਟ ਬਣ ਗਈ, ਅਤੇ ਇਹਦੇ ਨਾਲ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਇੰਡੀਅਨ ਗਵਰਨਮੈਂਟ ਦੇ ਉੱਤੇ ਵੀ ਬਿਲਡ ਹੋਇਆ ਕਿ ਉਹ ਕੁਛ ਵੀ ਜੇ ਕੋਈ ਬਰੂਟਲ ਐਕਸ਼ਨ ਲੈਣਾ ਤਾਂ ਉਹ ਕਰਨ ਤੋਂ ਪਹਿਲਾਂ 100 ਵਾਰ ਸੋਚਣਗੇ ਹੁਣ।
ਅੱਛਾ, ਇਹ ਗੱਲ ਬੜੀ ਪੋਜ਼ਿਟਿਵ ਹੈ, ਬੜੀ ਮਤਲਬ ਕਾਮਨ ਵੀ ਆ ਵੀ ਅਸੀਂ ਕੰਮ ਇੱਥੇ ਕਰਦੇ ਆ, ਰਹਿੰਦੇ ਇੱਥੇ ਆ, ਪਰ ਸਾਡੀ ਜਿਹੜੀ ਰੂਹ ਆ ਉਹ ਪੰਜਾਬ 'ਚ ਵੱਸਦੀ ਹੈ। ਪੰਜਾਬ 'ਚ ਕੋਈ ਵੀ ਹਾਲਾਤ ਹੁੰਦੇ, ਕੋਈ ਵੀ ਅਪਡੇਟ ਹੁੰਦੀਆਂ, ਸਾਨੂੰ ਸਭ ਤੋਂ ਪਹਿਲਾਂ ਫਿਕਰ ਪੈ ਜਾਂਦਾ। ਸੋ ਜਦੋਂ ਤੁਸੀਂ ਆਪਣੇ ਮਾਤਾ ਪਿਤਾ ਦੇ ਨਾਲ ਗੱਲ ਕਰਦੇ ਹੋ ਤਾਂ ਤੁਹਾਨੂੰ ਮਤਲਬ ਕਿਹੜੀਆਂ ਫਿਕਰਾਂ ਨੇ ਜਿਹੜੀਆਂ ਦਿੱਲੀ ਮੋਰਚੇ ਦੇ ਬਾਰੇ ਤੁਹਾਨੂੰ ਲੱਗਦਾ ਵੀ ਕਾਫੀ ਜ਼ਿਆਦਾ ਤੁਹਾਡੇ ਲਈ ਪੁਆਇੰਟਿੰਗ ਨੇ? ਸੋ ਬਈ ਸਭ ਤੋਂ ਪਹਿਲੇ ਤਾਂ ਗੱਲ ਇਹ ਹੈ ਵੀ ਜਿਹੜਾ ਪੰਜਾਬ ਹੈ, ਪੰਜਾਬ ਖਿੱਤਾ ਨਹੀਂ, ਪੰਜਾਬ ਇੱਕ ਇਮੋਸ਼ਨ ਹੈ ਨਾ ਸਾਡਾ। ਅਤੇ ਜਿਹੜੇ ਪੰਜਾਬ ਦੇ ਜੰਮਪਲ ਨੇ ਕਿਤੇ ਵੀ ਜਾ ਕੇ ਜਿਹੜੇ ਵੱਸ ਗਏ, ਉਹਨਾਂ ਲਈ ਉਹੀ ਥਾਵਾਂ ਪੰਜਾਬ ਬਣ ਗਈ, ਠੀਕ ਹੈ ਜੀ। ਅਤੇ ਜਿਹੜਾ ਦਿੱਲੀ ਮੋਰਚੇ ਨਾਲ ਜਦੋਂ ਸੰਬੰਧ ਲਾ ਕੇ ਦੇਖਦੇ ਹਾਂ ਤਾਂ ਸਾਨੂੰ ਬੜੀ ਫਿਕਰ ਹੁੰਦੀ ਹੈ ਵੀ ਕੀ ਬਣੂਗਾ। ਅਤੇ ਪਰ ਅਸੀਂ ਬੜੇ ਆਸਵੰਦ ਹਾਂ ਕਿ ਅਸੀਂ ਮੋਰਚਾ ਜਿੱਤਾਂਗੇ, ਹਰ ਹਾਲ 'ਚ ਜਿੱਤਾਂਗੇ ਜੀ। ਤੁਹਾਡਾ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਠੀਕ, ਧੰਨਵਾਦ। ਸੋ ਤੁਹਾਡੀ ਗੱਲਬਾਤ ਕਰਾਉਂਦੇ ਇੱਕ ਐਸੇ ਸ਼ਖਸ ਦੇ ਨਾਲ ਜੋ ਟਰੈਕਟਰ ਟੂ ਟਵਿੱਟਰ ਸੋਸ਼ਲ ਮੀਡੀਆ ਦੇ ਉੱਤੇ ਟਰੈਂਡਿੰਗ ਹੈ। ਉਸ ਸ਼ਖਸ ਦਾ ਮੇਨ ਜਿਹੜਾ ਹੱਥ ਹੈ ਇਹਦੇ ਪਿੱਛੇ, ਅਤੇ ਉਹ ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਕਰਾਉਂਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਮੈਂ ਕਹਿੰਦਾ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਉਹ ਇਸ ਚੀਜ਼ ਤੋਂ ਕਰੀਏ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਰਾਈਟ ਵਿੰਗ ਆਈਡੀਓਲੋਜੀਜ਼ ਇਹ ਮੰਨਦੀਆਂ ਸਨ ਵੀ ਇਹ ਜਿਹੜੇ ਕਿਸਾਨ ਨੇ ਵੀ ਇਹ ਤੇ ਜੀਨਾ ਨਹੀਂ ਪਾ ਸਕਦੇ, ਇਹ ਟਰੈਂਡਿੰਗ ਨਹੀਂ ਲਿਆ ਸਕਦੇ ਚੀਜ਼ਾਂ, ਇਹ ਤੇ ਪੜ੍ਹੇ ਲਿਖੇ ਨਹੀਂ ਹੈ। ਤੇ ਤੁਸੀਂ ਉਹ ਨੈਰੇਟਿਵ ਨੂੰ ਤੋੜਿਆ, ਟਰੈਕਟਰ ਟੂ ਟਵਿੱਟਰ ਜਿਹੜਾ ਟਰੈਂਡਿੰਗ ਦੇ ਵਿੱਚ ਹੈ, ਤੇ ਇੱਕ ਤਰ੍ਹਾਂ ਕਹਿ ਲਓ ਵੀ ਇੱਕ ਨੈਰੇਟਿਵ ਜਿਹੜਾ ਬਿਲਡ ਹੋਇਆ ਇੱਕ ਬੜਾ ਵੱਡਾ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ, ਇੱਕ ਬੜੀ ਕਹਿ ਲਓ ਵੀ ਰੈਵੋਲੂਸ਼ਨਰੀ ਜਿਹੜੀ ਆ ਇੱਕ ਰੈਵੋਲੂਸ਼ਨ ਜਿਹੜਾ ਉਹ ਲੀਡ ਕਰ ਰਿਹਾ। ਤੇ ਇਹਦੇ ਬਾਰੇ ਕੀ ਕਹਿਣਾ ਤੁਸੀਂ? ਜੀ, ਪਹਿਲਾਂ ਤਾਂ ਮੈਂ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਮੈਂ ਨਾਲ ਦੀ ਨਾਲ ਇਹ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜਾ ਟਰੈਕਟਰ ਟੂ ਟਵਿੱਟਰ ਕੈਂਪੇਨ ਹੈਗਾ ਉਹ ਕਿਸੇ ਇੱਕ ਬੰਦੇ ਦੀ ਦਿਮਾਗ ਦੀ ਉਪਜ ਨਹੀਂ ਹੈਗਾ। ਗਲੋਬਲ ਗਰੁੱਪ ਆਫ ਪੰਜਾਬੀਜ਼ ਜਦੋਂ ਇਹ ਪੰਜਾਬ ਦੇ ਵਿੱਚ, ਮੈਨੂੰ ਲੱਗਦਾ ਕਿ ਜਦੋਂ ਪ੍ਰੋਟੈਸਟ ਉੱਥੇ ਵੀ ਚੱਲ ਰਿਹਾ ਸੀ, ਪੰਜਾਬ ਦਾ ਦਰਦ ਤਾਂ ਹਰੇਕ ਪੰਜਾਬੀ ਨੂੰ ਹੁੰਦਾ ਹੀ ਹੈ। ਪਰ ਜਦੋਂ ਪ੍ਰੋਟੈਸਟ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜੀ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਲੋਕ ਸੀਗੇ, ਬਜ਼ੁਰਗ ਸੀਗੇ, ਉਹਨਾਂ ਦੇ ਉੱਤੇ ਜਦੋਂ ਪਾਣੀ ਸਿੱਟਿਆ ਗਿਆ, ਉਹਨਾਂ ਦੇ ਉੱਤੇ ਜਦੋਂ ਵਾਟਰ ਕੈਨਨ ਸਿੱਟੀਆਂ ਗਈਆਂ, ਉਹਨਾਂ ਦੇ ਉੱਤੇ ਗੈਸ ਦੇ ਗੋਲੇ ਸਿੱਟੇ ਗਏ, ਤਾਂ ਮੈਨੂੰ ਲੱਗਦਾ ਕਿ ਉਸ ਚੀਜ਼ ਨੇ ਇੱਕ ਬੜੀ ਚੀਜ਼ ਮੋਟੀਵੇਟ ਆਲ ਓਵਰ ਦ ਗਲੋਬ ਕੀਤੀ। ਸੋ ਈਵਨ ਜਿਹੜਾ ਬੇਸਿਕ ਆਈਡੀਆ, ਕੋਰ ਆਈਡੀਆ ਸੀਗਾ, ਉਹ ਵਨ ਆਫ ਦਾ ਵੋਲੰਟੀਅਰਸ ਦਾ ਸੀਗਾ, ਇਟ ਵਾਸ ਨਾਟ ਮਾਈ ਆਈਡੀਆ। ਪਰ ਜਿਹੜੀ ਇੱਕ ਚੀਜ਼ ਵੇਖਣ ਨੂੰ ਬੜੀ ਵਧੀਆ ਵੇਖਣ ਨੂੰ ਮਿਲੀ, ਉਹ ਇਹ ਮਿਲੀ ਕਿ ਇੱਕ ਫੇਸਲੈਸ ਕੈਂਪੇਨ ਜਿਹੜੀ ਸੀਗੀ ਉਹਨੇ ਬੜੇ ਵਧੀਆ ਤਰੀਕੇ ਦੇ ਨਾਲ ਇੱਕ ਜਿਹੜਾ ਨੈਰੇਟਿਵ ਆਮ ਤੌਰ 'ਤੇ ਬਿਲਡ ਹੁੰਦਾ, ਕਿਉਂਕਿ ਜਿਹੜੀ ਇਹ ਨੈਰੇਟਿਵ ਦੀ ਵਾਰ ਆ, ਹੈ ਨਾ, ਮਤਲਬ ਇਨਫੋਰਮੇਸ਼ਨ ਵਾਰਫੇਅਰ, ਇਹ ਤਰੀਕਾ ਆ ਜਿਹਦੇ ਨਾਲ ਕਈ ਵਾਰੀ ਜਿਹੜੀਆਂ ਜਿਉਂ ਅਥੋਰੀਟੇਰੀਅਨ ਗਵਰਨਮੈਂਟਸ ਬਣੀ ਜਾਂਦੀਆਂ ਤਾਂ ਉਹ ਜਿਹੜੀਆਂ ਮਾਈਨੋਰਿਟੀ ਤੇ ਐਥਨਿਕ ਵੋਇਸਿਸ ਹੁੰਦੀਆਂ ਉਹਨਾਂ ਨੂੰ ਬੜੀ ਛੇਤੀ ਦਬਾ ਦਿੰਦੀਆਂ। ਸੋ ਹੁਣ ਐਤਕੀ ਕੀ ਹੋਇਆ ਕਿ ਜਦੋਂ ਇਹ ਸਾਰਾ ਕੁਝ ਹੋਇਆ, ਜੇ ਤੁਸੀਂ ਉੱਥੇ ਦਾ ਰਾਈਟ ਵਿੰਗ ਮੀਡੀਆ ਵੇਖੋ, ਉਹਨਾਂ ਦੀ ਸਪੈਂਡ ਵੇਖੋ, ਉਹ ਹਜ਼ਾਰਾਂ ਕਰੋੜਾਂ ਰੁਪਇਆਂ ਦੇ ਵਿੱਚ ਆ। ਪਰ ਜਦੋਂ ਇੱਕ ਇਮੋਸ਼ਨ ਦੇ ਨਾਲ ਲਬਰੇਜ਼ ਆਲ ਓਵਰ ਪੰਜਾਬੀ ਇੱਕੋ ਟਾਈਮ ਇਕੱਠੇ ਹੋ ਗਏ ਅਤੇ ਜਿਹੜੀ ਉਹ ਕੈਂਪੇਨ ਤੁਰੀ, ਅਤੇ ਉਹਨੇ ਜਿਸ ਹਿਸਾਬ ਨਾਲ ਜਿਹੜਾ ਰਾਈਟ ਵਿੰਗ ਮੀਡੀਆ ਦਾ ਨੈਰੇਟਿਵ ਸੀਗਾ, ਜਿਹੜਾ ਕਿ ਇੱਕ ਟੈਕਨੀਕ ਹੁੰਦੀ ਹੈ ਜਿਹਦੇ ਵਿੱਚ ਕੀ ਕਰਦੇ ਆ ਕਿ ਜਦੋਂ ਪ੍ਰੋਬਲਮ ਦਾ ਨੈਰੇਟਿਵ ਹੁੰਦਾ ਉਹਨੂੰ ਚੱਕ ਕੇ ਸਿਕਿਉਰਿਟੀ ਫਰੇਮ ਦੇ ਵਿੱਚ ਲੈ ਲਿਆ ਜਾਂਦਾ। ਜਿੱਦਾਂ ਇਹ ਕਿਹਾ ਜਾਣ ਲੱਗ ਪਿਆ ਕਿ ਵੱਖਵਾਦੀ ਨੇ, ਇਹ ਖਾਲਿਸਤਾਨੀ ਨੇ, ਇੱਦਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਵਿੱਚ ਉੱਠਣ ਲੱਗ ਪਈਆਂ। ਸੋ ਉਸ ਨੈਰੇਟਿਵ ਨੂੰ ਜਿਹੜਾ ਭੰਨਣ ਦੇ ਲਈ ਪੰਜਾਬੀ ਇਕੱਠੇ ਆਏ, ਹੈ ਨਾ। ਅਤੇ ਦੂਸਰੀ ਚੀਜ਼ ਜਿਹੜੀ ਵਧੀਆ ਵੇਖਣ ਨੂੰ ਮਿਲੀ ਕਿ ਜਿਹੜਾ ਉੱਥੇ ਜਿਸ ਹਿਸਾਬ ਨਾਲ ਇਹ ਮੋਰਚਾ ਵਧਿਆ ਅਤੇ ਇਹਨੇ ਸਾਰਿਆਂ ਨੂੰ ਇਨਕਲੂਡ ਕੀਤਾ, ਹਰਿਆਣੇ ਨੂੰ ਵੀ ਇਨਕਲੂਡ ਕਰ ਲਿਆ, ਇਹਦੇ ਵਿੱਚ ਰਾਜਸਥਾਨ ਨੂੰ ਵੀ ਇਨਕਲੂਡ ਕਰ ਲਿਆ, ਹਰੇਕ ਜਗ੍ਹਾ ਦੇ, ਨਾ ਸਿਰਫ ਉਹ ਕਿਸਾਨਾਂ ਦਾ ਮੋਰਚਾ ਬਣ, ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆਂ ਦਾ ਮੋਰਚਾ ਵੀ ਬਣ ਗਿਆ, ਉਹਨਾਂ ਦੇ ਨਾਲ ਨਾਲ ਲੇਬਰਰਸ ਦਾ ਮੋਰਚਾ ਵੀ ਬਣ ਗਿਆ। ਸੋ ਮੈਨੂੰ ਲੱਗਦਾ ਵੀ ਇਹ ਜਿਹੜੀ ਪੰਜਾਬ ਦੀ ਧਰਤੀ ਦੀ ਜਿਹੜੀ ਬਖਸ਼ਿਸ਼ ਹੈ ਨਾ, ਉਹਦਾ ਇੱਕ ਜਿਹੜਾ ਉੱਥੇ ਜਿਹੜੀ ਜੜ੍ਹ ਲੱਗੀ ਹੋਈ ਹੈ ਨਾ, ਜਿਹੜੀ ਸਾਡੇ ਪੁਰਖਿਆਂ ਨੇ, ਜਿਹੜੀ ਸਾਡੇ ਯੋਧਿਆਂ ਨੇ ਅਤੇ ਸਾਡੇ ਗੁਰੂਆਂ ਨੇ, ਪੀਰਾਂ ਨੇ ਉੱਥੇ ਲਾਈ ਹੈ, ਉਹ ਹੁਣ ਕਰੁੰਬਲਾਂ ਬਣ ਕੇ ਫੁੱਟੀ ਜਦੋਂ, ਹੈ ਨਾ। ਅਤੇ ਉਹ ਕਹਿੰਦੇ ਸੀ ਵੀ ਗੁਰੂ ਨਾਨਕ ਸਾਹਿਬ ਦਾ ਵਰ ਸੀਗਾ, ਹੈ ਨਾ, ਚੰਗਿਆਂ ਨੂੰ ਉਹਨੇ ਕਿਹਾ ਵੀ ਉੱਜੜ ਜਾਓ, ਅਤੇ ਜਿਹੜੇ ਉਜੜੇ, ਜਿਵੇਂ ਪਹਿਲਾਂ ਮੇਰੇ ਅਜ਼ੀਜ਼ ਦੋਸਤ ਨੇ ਕਿਹਾ ਕਿ ਪੰਜਾਬ ਹਰ ਉਹ ਜਗ੍ਹਾ ਜਿੱਥੇ ਜਾ ਕੇ ਪੰਜਾਬੀ ਵੱਸਦਾ। ਸੋ ਜਿੱਥੇ ਅਸੀਂ ਪਹੁੰਚ ਰਹੇ ਹਾਂ, ਕੈਨੇਡਾ ਵੀ ਸਾਡਾ ਘਰ ਹੈ, ਪਰ ਜਿੱਥੋਂ ਅਸੀਂ ਆਏ ਹਾਂ, ਹੈ ਨਾ, ਉਹ ਵੀ ਸਾਡਾ ਘਰ ਹੈ। ਸੋ ਇਹ ਇੱਕ ਬੜੀ ਵਧੀਆ ਕਿਸੇ ਵੀ ਐਂਥਰੋਪੋਲੋਜੀ ਦੇ ਸਟੂਡੈਂਟ ਦੇ ਲਈ ਇਹ ਵੇਖਣ ਵਾਲੀ ਬੜੀ ਵਧੀਆ ਇੱਕ ਕੇਸ ਸਟੱਡੀ ਹੋਊਗੀ ਜਿਸ ਨੂੰ ਸਟੱਡੀ ਕੀਤਾ ਜਾਵੇ। ਅੱਛਾ, ਇੱਕ ਗੱਲ ਮੈਂ ਤੁਹਾਡੇ ਨਾਲ ਜ਼ਿਕਰ ਕਰਨੀ ਸੀਗੀ ਕਿ ਜਦੋਂ ਗੱਲ ਆਉਂਦੀ ਹੈ ਵੀ ਪ੍ਰੋਟੈਸਟ ਇੱਥੇ ਹੋ ਰਹੀਆਂ ਨੇ, ਅਵੇਅਰਨੈਸ ਇੱਥੇ ਫੈਲਾਈਆਂ ਜਾ ਰਹੀਆਂ,
ਤੇ ਕਾਫੀ ਥਾਵਾਂ ਤੋਂ ਜਿਵੇਂ ਕਹਿ ਲਓ ਵੀ ਹੇਟਰਡ ਵੀ ਮਿਲ ਰਹੀ ਆ ਆਨਲਾਈਨ, ਜਿਵੇਂ ਲੋਕ ਕਹਿ ਲਓ ਵੀ ਅਗੇਂਸਟ ਹੋ ਰਹੇ ਨੇ ਵੀ ਕਈਆਂ ਨੇ ਬਿੱਲ ਨਹੀਂ ਪੜ੍ਹਿਆ। ਮੈਂ ਚਾਹੁੰਦਾ ਵੀ ਤੁਸੀਂ ਉਹਨਾਂ ਦਾ ਉਹ ਬੈਰੀਕੇਡ ਜਿਹੜਾ ਉਹ ਤੋੜ ਕੇ ਦਿਖਾਓ ਵੀ ਬਿੱਲਸ ਜਿਹੜੇ ਨੇ ਸਟੂਡੈਂਟਸ ਨੇ ਪੜ੍ਹੇ ਹੋਏ ਨੇ, ਕਿਉਂਕਿ ਕਿਸਾਨੀ ਦੇ ਖਿੱਤੇ ਤੋਂ ਹੀ ਸਾਰੇ ਆਉਂਦੇ ਆ, ਪਰਿਵਾਰਾਂ ਤੋਂ ਆਉਂਦੇ ਆ, ਤੇ ਮਤਲਬ ਇਹ ਤੇ ਹੈ ਨਹੀਂ ਵੀ ਇੱਥੇ ਜਿਹੜੇ ਆਏ ਨੇ ਉਹ ਪੜ੍ਹੇ ਲਿਖੇ ਘੱਟ ਨੇ, ਅਵੇਅਰਨੈਸ ਬਹੁਤ ਜ਼ਿਆਦਾ ਹੈ, ਖਾਸ ਕਰਕੇ ਜਿਨ੍ਹਾਂ ਨੇ ਆਪਣੀਆਂ ਸ਼ਿਫਟਾਂ ਛੱਡੀਆਂ, ਜਿਨ੍ਹਾਂ ਨੇ ਆਪਣੀ ਸਾਰਾ ਕੁਝ ਛੱਡ ਕੇ ਅਵੇਅਰਨੈਸ ਫੈਲਾਉਣ ਦੇ ਲਈ ਸਿਰਫ ਕਿਤੇ ਸੋਸ਼ਲ ਮੀਡੀਆ ਜਿਹੜੇ ਕਹਿ ਲਓ ਵੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਈਵਨ ਇਨ ਪਰਸਨ ਜਿਹੜਾ ਵੀ ਇਸ ਚੀਜ਼ ਨੂੰ ਰਿਫਾਰਮ ਨੂੰ ਜਿਹੜਾ ਵੀ ਆਪਣੇ ਵੱਲੋਂ ਪੂਰੀ ਫਲੇਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਵੀ ਉਹ ਚੀਜ਼ ਜਿਹੜੀ ਹੈ ਥੋੜੀ ਐਕਸਪਲੇਨ ਕਰੋ ਜੀ। ਇਹਦੇ ਵਿੱਚ ਨਾ ਇਹ ਮਤਲਬ ਟ੍ਰੋਲਿੰਗ ਦਾ ਇੱਕ ਬਿਹੇਵੀਅਰ ਹੁੰਦਾ ਜਿਹਨੂੰ ਵਟ ਅਬਾਊਟਿਜ਼ਮ ਕਹਿੰਦੇ ਆ। ਵਟ ਅਬਾਊਟਿਜ਼ਮ ਦਾ ਮੀਨਿੰਗ ਹੁੰਦਾ ਕਿ ਜਿਹੜਾ ਮੇਨ ਮੁੱਦਾ ਹੁੰਦਾ ਉਹਨੂੰ ਛੱਡ ਕੇ ਬਾਕੀ ਜਿਹੜੀਆਂ ਗੱਲਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਂਦਾ। ਸੋ ਜਿਹੜੇ ਬਿੱਲਾਂ ਦੀ ਵੀ ਜਦੋਂ ਗੱਲ ਸੀਗੀ ਹੈ ਨਾ, ਮਤਲਬ ਇੱਦਾਂ ਦੇ ਨੈਰੇਟਿਵ ਉੱਥੇ ਦੇ ਰਾਈਟਿੰਗ ਮੀਡੀਆ ਨੇ ਸ਼ੁਰੂ ਕੀਤੇ, ਜਿੱਦਾਂ ਪਹਿਲਾਂ ਕਿਹਾ ਕਿ ਇੰਗਲਿਸ਼ ਕਿਵੇਂ ਬੋਲ ਰਹੇ ਨੇ, ਕਿਸਾਨ ਕਿੱਦਾਂ ਹੋ ਸਕਦੇ ਨੇ, ਹੈ ਨਾ, ਪੰਜਾਬ ਦਾ ਅੱਧਾ ਪੰਜਾਬ ਆਈਲੈਟਸ ਕਰਕੇ ਬੈਠਾ, ਸੋ ਇੰਗਲਿਸ਼ ਤਾਂ ਪਾਸੇ ਰੱਖ ਦਿਓ, ਠੀਕ ਹੈ। ਦੂਸਰੀ ਗੱਲ ਮੈਨੂੰ ਲੱਗਦਾ ਕਿ ਉਹਦੇ ਨਾਲ ਇੱਕ ਜਿਹੜੀ ਥਾਟ ਪ੍ਰੋਸੈਸ ਸੀ ਨਾ, ਜਿਹੜਾ ਨੈਰੇਟਿਵ ਸੀਗਾ ਉਹ ਬਹੁਤ ਭੱਜਿਆ, ਰਾਈਟ। ਤੇ ਉਹ ਨੈਰੇਟਿਵ ਜਦੋਂ ਭੱਜਿਆ ਤੇ ਉਹ ਅਨਰੈਸਟ ਤਾਂ ਕ੍ਰੀਏਟ ਕਰਦਾ। ਉਹ ਨੈਰੇਟਿਵ ਕੀ ਭੱਜਿਆ ਕਿ ਉਹਦੇ ਵਿੱਚ ਜਿਹੜਾ ਤੁਸੀਂ ਇਹ ਵੇਖੋ ਕਿ ਕਿਸੇ ਵੀ ਦੇਸ਼ ਦਾ ਜਿਹੜਾ ਮੀਡੀਆ ਹੁੰਦਾ ਨਾ, ਮੀਡੀਆ ਤੇ ਜਿਹੜੀ ਉਹਦੀ ਸਟੋਰੀ ਟੈਲਿੰਗ ਹੁੰਦੀ ਆ ਉਹ ਬਹੁਤ ਹੱਦ ਤੱਕ ਡਿਫਾਈਨ ਕਰਦੀ ਹੈ ਕਿ ਲੋਕ ਸੋਚਦੇ ਕਿਵੇਂ ਨੇ। ਕਿਸਾਨ ਦਾ ਜਿਹੜਾ ਹੁਣ ਤੱਕ ਦਾ ਇਮੇਜ ਜਿਹੜਾ ਬਾਲੀਵੁੱਡ ਚੋਂ ਨਿਕਲ ਕੇ ਆਉਂਦਾ, ਜਿਹਦੇ ਵਿੱਚ ਹੱਥ ਜੋੜ ਕੇ ਤੇ ਹੈ ਨਾ ਉਹ ਕਿਸੇ ਸ਼ਾਹੂਕਾਰ ਦੇ ਮੂਹਰੇ ਕਿਸਾਨ ਖੜਾ ਹੁੰਦਾ ਵੀ ਉਹ ਕਹਿੰਦਾ ਵੀ ਮਾਈ ਬਾਪ ਤੁਸੀਂ ਹੈ, ਮਤਲਬ ਬਿਲਕੁਲ ਗਰੀਬ ਦਿਖਾਇਆ ਜਾਂਦਾ। ਪਰ ਜਿਹੜਾ ਦ ਮੇਨ ਥਿੰਗ ਇਸ ਕਿ ਜਿਹੜਾ ਪੰਜਾਬ ਦਾ ਨੈਰੇਟਿਵ ਆ ਉਹ ਬਿਲਕੁਲ ਯੂਨੀਕ ਨੈਰੇਟਿਵ ਆ। ਹੁਣ ਇਹ ਸਾਰੀ ਵਰਤਾਰੇ ਦੇ ਵਿੱਚ ਜੋ ਚੀਜ਼ ਹੋਈ ਆ ਉਹ ਪੰਜਾਬ ਦਾ ਨੈਰੇਟਿਵ ਨਿਕਲ ਕੇ ਬਾਹਰ ਆਇਆ, ਐਂਡ ਉਹ ਗੱਲਾਂ ਬਾਤਾਂ 'ਚ ਬਾਹਰ ਨਹੀਂ ਆਇਆ, ਉਹ ਲੋਕਾਂ ਦੀਆਂ ਲਾਈਵਸ ਦੇ ਵਿੱਚ ਬਾਹਰ ਆਇਆ। ਲੰਗਰ ਜਿਹੜੇ ਨੇ ਉਹ ਜਿੱਥੇ ਪੁਲਿਸ ਨਾਲ ਕਨਫਲਿਕਟ ਹੋ ਰਿਹਾ ਉਹ ਗੱਲ ਵੱਖਰੀ ਆ, ਪਰ ਉਹਨਾਂ ਨੂੰ ਵੀ ਲੰਗਰ ਛਕਾਇਆ ਜਾ ਰਿਹਾ। ਸੋ ਭਾਈ ਘਨੱਈਆ ਦੀ ਜਿਹੜੀ ਸਪਿਰਿਟ ਹੈ ਉਹ ਵੀ ਉੱਠ ਕੇ ਬਾਹਰ ਆ ਰਹੀ ਆ, ਠੀਕ ਹੈ। ਉੱਥੇ ਜਾ ਕੇ ਜਦੋਂ ਬਾਰਡਰ ਤੇ ਜਾ ਕੇ ਬੈਠੇ ਨੇ, ਹੈ ਨਾ, ਤੇ ਉੱਥੇ ਇੰਡੀਵਿਜੂਅਲਿਜ਼ਮ ਖਤਮ ਹੋ ਗਈ ਆ ਤੇ ਕੋਲੈਕਟਿਵ ਜਿਹੜਾ ਆ ਉਹ ਸਿਸਟਮ ਸ਼ੁਰੂ ਹੋ ਗਿਆ। ਸੋ ਮੈਨੂੰ ਲੱਗਦਾ ਕਿ ਜਿਹੜੇ ਇਹ ਕੁਐਸਚਨ ਕਰ ਰਹੇ ਨੇ ਉਹ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਜਿਹੜੇ ਉਹ ਨੈਰੇਟਿਵ ਨੂੰ ਦੱਬਣਾ ਚਾਹੁੰਦੇ ਨੇ, ਦੂਜਾ ਜਿਨ੍ਹਾਂ ਨੂੰ ਪੰਜਾਬ ਦਾ ਨੈਰੇਟਿਵ ਤੇ ਪੰਜਾਬ ਦੇ ਜੀਵਨ ਜਾਂਚ ਦੀ ਸਮਝ ਜਾਂ ਅਵੇਅਰਨੈਸ ਨਹੀਂ ਹੈਗੀ। ਸੋ ਜਿਨ੍ਹਾਂ ਨੂੰ ਨਹੀਂ ਅਵੇਅਰਨੈਸ ਹੈਗੀ, ਉਹ ਮੈਂ ਤੁਹਾਡੇ ਮਾਧਿਅਮ ਰਾਹੀਂ, ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹੂੰਗਾ ਕਿ ਹਾਂ, ਪੰਜਾਬ ਜਾ ਕੇ ਰਹਿ ਕੇ ਵੇਖਣ ਜਾਂ ਪੰਜਾਬੀਆਂ ਨਾਲ ਵਿਚਰ ਕੇ ਵੇਖਣ। ਹੁਣ ਤਾਂ ਪੰਜਾਬੀ ਤਾਂ ਹਰੇਕ ਜਗ੍ਹਾ ਨੇ, ਹੈ ਨਾ, ਉਹ ਇੱਕ ਮਤਲਬ ਕਹਿੰਦੇ ਪੰਜਾਬੀ ਤੇ ਆਲੂ, ਹੈ ਨਾ, ਹਰੇਕ ਜਗ੍ਹਾ ਦੇ ਉੱਤੇ ਹੁਣ ਪਾਏ ਜਾਂਦੇ ਨੇ। ਸੋ ਮੈਨੂੰ ਲੱਗਦਾ ਵੀ ਜੇ ਤੁਸੀਂ ਪੰਜਾਬੀਆਂ ਨਾਲ ਵਰਤ ਕੇ ਵੇਖੋਗੇ, ਹੈ ਨਾ, ਇੱਕੋ ਦੁੱਕੋ ਐਕਸੈਪਸ਼ਨਸ ਨੂੰ ਛੱਡ ਕੇ ਮੈਜੋਰਿਟੀ ਆਫ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ, ਹਿਊਮੈਨਿਟੀ ਦੀ ਗੱਲ ਕਰਦੇ ਨੇ, ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, ਸਰਬੱਤ ਦੀ ਗੱਲ ਕਰਦੇ ਨੇ, ਹੈ ਨਾ। ਸੋ ਮੈਨੂੰ ਲੱਗਦਾ ਕਿ ਜਿਉਂ-ਜਿਉਂ ਤੁਸੀਂ ਆਪਣੇ ਗੱਲਾਂ ਬਾਤਾਂ ਦੀ ਬਜਾਏ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਸ ਹਿਸਾਬ ਨਾਲ ਵਿਚਰਨ ਲੱਗ ਪਓਗੇ, ਇਹ ਨੈਰੇਟਿਵ ਜਿਹੜੇ ਹੌਲੀ-ਹੌਲੀ ਟੁੱਟਣ ਲੱਗ ਪੈਣੇ ਆ। ਜੀ। ਮੈਂ ਫਿਰ ਦੁਬਾਰਾ ਆਪਣੇ ਸਵਾਲ ਤੇ ਵਾਪਸ ਆਵਾਂਗਾ ਵੀ ਜਿੱਦਾਂ ਅਸੀਂ ਜ਼ਿਕਰ ਕੀਤਾ ਅਟਰੈਕਟਿਡ ਟੂ ਟਵਿੱਟਰ ਦਾ, ਸੋ ਸਾਡੇ ਕਾਫੀ ਦਰਸ਼ਕ ਹੋਣਗੇ ਜਿਹੜੇ ਦੇਖ ਰਹੇ ਹੋਣਗੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਹੋਏਗਾ ਜਾਂ ਇਸ ਮੁਹਿੰਮ ਨਾਲ ਜੁੜਨਾ ਚਾਹੁੰਦੇ ਨੇ, ਸੋ ਉਹ ਥੋੜਾ ਐਕਸਪਲੇਨ ਕਰੋ ਕਿ ਕਿੱਦਾਂ ਜੁੜ ਸਕਦੇ ਜੀ। ਅਟਰੈਕਟਿਡ ਟੂ ਟਵਿੱਟਰ ਇਜ਼ ਮਤਲਬ ਇੱਕ ਅਕਾਊਂਟ ਹੈਗਾ ਜਿਹਦਾ ਆਨਲਾਈਨ ਅਕਾਊਂਟ ਵੀ ਹੈਗਾ ਆ, ਹੈ ਨਾ ਬਈ, ਉਹ ਵੀ ਮਤਲਬ ਇੱਕ ਆਰਗੇਨਾਈਜ਼ਡ ਤਰੀਕਾ ਹੈਗਾ ਜਿਹਦੇ ਨਾਲ ਤੁਸੀਂ ਫੋਲੋ ਕਰ ਸਕਦੇ ਆ ਕਿ ਕਿਹੜੇ ਮੁੱਦਿਆਂ ਦੇ ਉੱਤੇ ਇਸ ਟਾਈਮ ਜਿਹੜੀ ਗਲੋਬਲ ਕਮਿਊਨਿਟੀ ਆ ਫੋਕਸ ਕਰ ਰਹੀ ਆ। ਐਂਡ ਇਟਸ ਅ ਵੈਰੀ ਵੈਲ ਡਿਸਟਰੀਬਿਊਟਿਡ ਕਮਿਊਨਿਟੀ। ਉਹਦੇ ਵਿੱਚ ਹਰੇਕ ਦੇਸ਼ ਦੇ ਪੰਜਾਬੀ ਨੇ ਵਿੱਚ ਨਾਲ ਜੁੜੇ ਹੋਏ ਨੇ। ਪਰ ਨਾਲ ਦੀ ਨਾਲ ਹੋਰ ਵੀ ਜਿਵੇਂ ਤੁਸੀਂ ਵੇਖੋਗੇ ਕਿ ਟਵਿੱਟਰ ਦੇ ਉੱਤੇ ਮੈਨੂੰ ਲੱਗਦਾ ਕਿ ਪਿਛਲੇ 15 ਜਾਂ 20 ਦਿਨਾਂ ਦੇ ਵਿੱਚ ਟਵਿੱਟਰ ਇੱਕ ਇੱਦਾਂ ਦੀ ਚੀਜ਼ ਹੈ ਜਿਹਨੂੰ ਆਮ ਤੌਰ 'ਤੇ ਪੰਜਾਬੀ ਉਸ ਤਰ੍ਹਾਂ ਯੂਜ਼ ਨਹੀਂ ਸੀ ਕਰਦੇ ਜਿੱਦਾਂ ਫੇਸਬੁੱਕ ਜਾਂ ਇੰਸਟਾਗ੍ਰਾਮ ਯੂਜ਼ ਕਰਦੇ ਸੀਗੇ। ਪਰ ਹੁਣ ਅਟਰੈਕਟਿਡ ਟੂ ਟਵਿੱਟਰ ਕੈਂਪੇਨ ਦੇ ਰਾਹੀਂ ਬਹੁਤ ਜ਼ਿਆਦਾ ਪੰਜਾਬੀ ਜਿਹੜੇ ਨੇ ਉਹ ਟਵਿੱਟਰ ਦੇ ਵਿੱਚ ਆਏ ਨੇ। ਟਵਿੱਟਰ ਇੱਕ ਬੜਾ ਵਧੀਆ ਤਰੀਕਾ ਹੈਗਾ ਆਪਣੇ ਕਿਸੇ ਵੀ ਆਫੀਸ਼ੀਅਲਸ ਤੱਕ ਆਪਦੀ ਗੱਲ ਰੱਖਣ ਦਾ, ਕਿਸੇ ਵੀ ਨੈਰੇਟਿਵ ਨੂੰ ਕਾਊਂਟਰ ਕਰਨ ਦਾ, ਕਿਸੇ ਵੀ ਨੈਰੇਟਿਵ ਦੇ ਨੂੰ ਕੁਐਸਚਨ ਕਰਨ ਦਾ। ਪਰ ਮੈਨੂੰ ਲੱਗਦਾ ਵੀ ਸੋ ਇੱਕ ਤਾਂ ਤੁਸੀਂ ਉਹ ਅਕਾਊਂਟ ਨੂੰ ਫੋਲੋ ਕਰ ਸਕਦੇ ਹੋ। ਦੂਜਾ ਜੇ ਤੁਸੀਂ ਹੈਸ਼ਟੈਗਸ ਜਿਹੜੇ ਵੀ ਟ੍ਰੈਂਡ ਹੋ ਰਹੇ ਹੁੰਦੇ ਆ, ਉਹ ਹੈਸ਼ਟੈਗਸ ਦੇ ਵਿੱਚ ਵੇਖੋ ਕਿਹੜੇ ਲੋਕ ਐਕਟਿਵ ਨੇ, ਤੁਸੀਂ ਉਹਨਾਂ ਨੂੰ ਵੀ ਫੋਲੋ ਕਰ ਸਕਦੇ ਆ। ਅਤੇ ਮੈਨੂੰ ਲੱਗਦਾ ਵੀ ਕੋਈ ਵੀ ਜਦੋਂ ਤੁਸੀਂ ਨੈਰੇਟਿਵ ਬਿਲਡ ਕਰਨਾ, ਕੋਈ ਵੀ ਨੈਰੇਟਿਵ ਕਾਊਂਟਰ ਕਰਨਾ, ਤੇ ਉਹਦਾ ਇੱਕ ਜਿਹੜਾ ਟੈਕਨੀਕ ਇਹ ਹੁੰਦੀ ਹੈ ਕਿ ਤੁਸੀਂ ਹੌਲੀ ਹੌਲੀ ਆਪਣਾ ਇੱਕ ਗਰੁੱਪ ਬਣਾਉਣ ਲੱਗ ਪੈਂਦੇ ਆ, ਆਪਣਾ ਇੱਕ ਨੈਟਵਰਕ ਬਣਾਉਣ ਲੱਗ ਪੈਂਦੇ ਆ। ਸੋ ਮੈਨੂੰ ਲੱਗਦਾ ਕਿ ਜਿਹੜੀਆਂ ਢਾਣੀਆਂ ਪੰਜਾਬ ਦੇ ਵਿੱਚ ਇੱਕ ਜਗ੍ਹਾ 'ਤੇ ਹੁੰਦੀਆਂ ਸੀਗੀਆਂ, ਹੁਣ ਆਨਲਾਈਨ ਵੱਖਰੀ ਜਗ੍ਹਾ 'ਤੇ ਹੋਣ ਕਰਕੇ ਉਹ ਢਾਣੀਆਂ ਜਿਹੜੀਆਂ ਆਨਲਾਈਨ ਜੁੜ ਰਹੀਆਂ ਨੇ। ਅੱਜ ਟਵਿੱਟਰ ਆ, ਕੱਲ੍ਹ ਨੂੰ ਕੋਈ ਹੋਰ ਪਲੇਟਫਾਰਮ ਹੋਵੇਗਾ, ਹੈ ਨਾ। ਪਰ ਮੈਨੂੰ ਲੱਗਦਾ ਵੀ ਇਹਨੇ ਘੱਟੋ ਘੱਟ ਇੱਕ ਚੀਜ਼ ਦੀ ਅਵੇਅਰਨੈਸ ਜ਼ਰੂਰ ਕਰ ਦਿੱਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ, ਹਰੇਕ ਕਿਸੇ ਵੀ ਐਥਨਿਕ ਮਿਨੋਰਿਟੀ ਦੇ ਲੋਕਾਂ ਨੂੰ, ਆਪਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀਗੇ ਕਿ ਜੇ ਮੀਡੀਆ ਜਿਹੜਾ ਚੌਥਾ ਥੰਮ ਹੁੰਦਾ, ਇੰਡੀਪੈਂਡੈਂਟ ਮੀਡੀਆ ਡੈਮੋਕ੍ਰੇਸੀ ਦਾ ਚੌਥਾ ਥੰਮ ਹੁੰਦਾ, ਜਿਹਦੇ ਵਿੱਚੋਂ ਤੁਸੀਂ ਇੰਡੀਪੈਂਡੈਂਟ ਮੀਡੀਆ ਕੱਢ ਦਿੰਦੇ ਆ, ਤਾਂ ਅਥੋਰੀਟੇਰੀਅਨ ਰਜੀਮ ਤੋਂ ਬਿਨਾਂ ਕੁਛ ਰਹਿ ਨਹੀਂ ਜਾਂਦਾ, ਕਿਉਂਕਿ ਉਹ ਮੈਜੋਰੀਟੇਰੀਅਨ ਅਥੋਰੀਟੇਰੀਅਨ ਰਜੀਮ ਬਣ ਜਾਂਦਾ। ਸੋ ਜਦੋਂ
ਐਦਾਂ ਦੀ ਗੱਲ ਹੋ ਜੇ ਵੀ ਜਿੱਥੇ ਜਿਹੜਾ ਤੁਹਾਡਾ ਮੇਨ ਮੀਡੀਆ ਹੈਗਾ, ਜਿਹੜਾ ਨੈਸ਼ਨਲ ਮੀਡੀਆ, ਉਹ ਪਰਟੀਕੂਲਰ ਥਾਟ ਪ੍ਰੋਸੈਸ ਨੂੰ ਬਾਇਸਡ ਹੋਵੇ, ਤਾਂ ਮੈਨੂੰ ਲੱਗਦਾ ਵੀ ਇਹ ਬਹੁਤ ਜ਼ਰੂਰੀ ਹੋ ਗਿਆ ਕਿ ਜਿਹੜੀਆਂ ਛੋਟੀਆਂ ਕਮਿਊਨਿਟੀਜ਼ ਨੇ, ਜਿਹੜੀਆਂ ਮਾਈਨੋਰਿਟੀ ਕਮਿਊਨਿਟੀਜ਼ ਨੇ, ਉਹਨਾਂ ਨੂੰ ਅਵੇਅਰ ਹੋਣਾ ਪਊਗਾ। ਟਵਿੱਟਰ ਇੱਕ ਵਧੀਆ ਤਰੀਕਾ। ਟਵਿੱਟਰ ਦੇ ਉੱਤੇ ਟਰੈਕਟਰ ਟੂ ਟਵਿੱਟਰ ਇੱਕ ਜਿਹੜੀ ਕੈਂਪੇਨ ਸੀਗੀ, ਐਂਡ ਉਹਦੇ ਨਾਲ ਹੋਰ ਵੀ ਕਈ ਕੈਂਪੇਨਸ ਅਸੀਂ ਚਲਾਈਆਂ, ਮਤਲਬ ਜਿਹਦੇ ਅਸੀਂ ਵੀ ਪਾਰਟ ਸੀਗੇ। ਅਤੇ ਉਹ ਕੈਂਪੇਨਸ ਨੇ ਜਿਹੜਾ ਉੱਥੋਂ ਨੈਰੇਟਿਵ, ਰਾਈਟ ਵਿੰਗ ਨੈਰੇਟਿਵ ਚੱਲ ਰਿਹਾ ਸੀ, ਤਾਂ ਖਾਸਾ ਮੂੰਹ ਭੰਨਣ ਦੇ ਵਿੱਚ ਯੋਗਦਾਨ ਪਾਇਆ। ਤਾਂ ਮੈਨੂੰ ਲੱਗਦਾ ਹੋਰ ਵੀ ਪੰਜਾਬੀਆਂ ਨੂੰ ਜਿਹੜੇ ਹੈਗੇ ਇਹਦੇ ਨਾਲ ਜੁੜਨਾ ਚਾਹੀਦਾ, ਅਤੇ ਜਿਹੜੇ ਨੈਰੇਟਿਵਸ ਆ ਉਹਨਾਂ ਨੂੰ ਕਾਊਂਟਰ ਨੈਰੇਟਿਵ ਕਰਨਾ ਚਾਹੀਦਾ ਵਿਦ ਰਿਸਪੈਕਟ ਓਬਵੀਅਸਲੀ। ਮਤਲਬ ਜੇ ਤੁਸੀਂ ਉਹਨੂੰ, ਆਈ ਥਿੰਕ ਇੱਕ ਚੀਜ਼ ਇਹ ਬਹੁਤ ਜ਼ਰੂਰੀ ਹੈ ਵੀ ਜੇ ਤੁਸੀਂ ਸੋਸ਼ਲ ਮੀਡੀਆ ਨੂੰ ਜੇ ਤੁਸੀਂ ਸਿਰਫ ਸ਼ਾਊਟਿੰਗ ਮੈਚ ਬਣਾ ਦੋਗੇ ਤਾਂ ਤੁਹਾਡੀ ਗੱਲ ਦੀ ਕੋਈ ਵੇਟੇਜ ਨਹੀਂ ਰਹੂਗੀ। ਟਰੋਲਿੰਗ ਬਿਹੇਵੀਅਰ ਦਾ ਜਿਹੜਾ ਕਾਊਂਟਰ ਕਰਨ ਦਾ ਤਰੀਕਾ, ਉਹ ਟਰੋਲਿੰਗ ਦੇ ਨਾਲ ਨਹੀਂ ਆ, ਉਹ ਵਿਦ ਲਵ ਹੈ ਨਾ, ਵਿਦ ਨੌਲੇਜ, ਅਤੇ ਆਪਣੀ ਗੱਲ ਜਿਹੜੀ ਆ ਉਹ ਬੇਧੜਕ ਹੋ ਕੇ ਹੈ ਨਾ ਤਰੀਕੇ ਦੇ ਨਾਲ ਰੱਖਣ ਦੇ ਵਿੱਚ। ਅੱਛਾ, ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਦਸੰਬਰ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਇੰਡੀਆ 'ਚ ਸ਼ਹੀਨ ਬਾਗ ਦੀ ਪ੍ਰੋਟੈਸਟ ਹੋਈ ਸੀਗੀ, ਅਤੇ ਹੁਣ ਦਸੰਬਰ ਦੇ ਵਿੱਚ ਕਿਸਾਨੀ ਬਿੱਲਾਂ ਲੈ ਕੇ ਕਿਸਾਨੀ ਅੰਦੋਲਨ ਚੱਲ ਰਿਹਾ। ਅਤੇ ਮਤਲਬ ਕਾਫੀ ਲੋਕਾਂ ਦੇ ਵਿੱਚ ਨਾ ਇੱਕ ਕਹਿ ਲਓ ਵੀ ਖਦਸ਼ਾ ਵੀ ਸੀਗਾ ਵੀ ਹਰ ਇੱਕ ਚੀਜ਼ ਜਿਹੜੀ ਪ੍ਰੋਟੈਸਟ ਅਗੇਂਸਟ ਦਾ ਜਿਹੜਾ ਜਦੋਂ ਇੰਪਾਇਰ ਹੁੰਦੀ ਹੈ ਉਹਨੂੰ ਟੈਕਲ ਡਾਊਨ ਕਰਨ ਦੇ ਲਈ ਮਤਲਬ ਇੱਕ ਤਰ੍ਹਾਂ ਹਊਆ ਛੱਡਿਆ ਜਾਂਦਾ ਹੈ। ਜੇ ਸ਼ਹੀਨ ਬਾਗ ਦੇ ਪ੍ਰੋਟੈਸਟਰ ਸੀਗੇ ਉਹਨਾਂ ਬਾਰੇ ਕਿਹਾ ਜਾਂਦਾ ਸੀਗਾ ਵੀ ਮਿਨੀ ਪਾਕਿਸਤਾਨ ਹੈ, ਪਾਕਿਸਤਾਨ ਬਣਾਉਣਾ ਚਾਹੁੰਦੇ ਨੇ, ਅਤੇ ਹੁਣ ਇਸੇ ਚੀਜ਼ ਦੇ ਲਈ ਕਿਸਾਨ ਅੰਦੋਲਨ ਨੂੰ ਜਿਹੜਾ ਠੱਲ ਪਾਉਣ ਦੇ ਲਈ ਵਰਡ ਯੂਜ਼ ਕੀਤਾ ਜਾ ਰਿਹਾ ਵੀ ਖਾਲਿਸਤਾਨੀ ਨੇ, ਇਹ ਪ੍ਰੋਪੇਗੈਂਡਾ ਚਲਾ ਰਹੇ ਆ, ਬਾਹਰੋਂ ਫੰਡਿੰਗ ਆ ਰਹੀ ਹੈ ਇਹਨਾਂ ਚੀਜ਼ਾਂ। ਸੋ ਇਹਨਾਂ ਚੀਜ਼ਾਂ ਤੁਸੀਂ ਕਿੱਦਾਂ ਦੇਖਦੇ ਹੋ? ਹਾਂਜੀ, ਮੈਂ ਆਪਣੇ ਜਦੋਂ ਮੈਂ US ਦੇ ਵਿੱਚ ਸੀਗਾ ਤਾਂ ਮੈਂ ਇੱਕ ਸਿਵਲ ਰਾਈਟ ਐਕਟਿਵਿਸਟ ਵਜੋਂ ਵਾਸ਼ਿੰਗਟਨ ਦੇ ਵਿੱਚ ਥੋੜ੍ਹਾ ਚਿਰ ਕੰਮ ਕੀਤਾ। ਸੋ ਮੀਡੀਆ ਜਦੋਂ ਵੀ ਐਕਟਿਵਿਸਟ ਨੂੰ ਤੁਸੀਂ ਟ੍ਰੇਨਿੰਗਸ ਦੇ ਵਿੱਚ ਬਹਿੰਦੇ ਹੋ, ਤੁਸੀਂ ਇੱਕ ਚੀਜ਼ ਵੇਖਦੇ ਹੋ ਕਿ ਇੱਕ ਬੜੀ ਈਜ਼ੀ ਟੈਕਨੀਕ ਹੁੰਦੀ ਹੈ ਕਿ ਜਿਹੜੇ ਵਾ ਮੁੱਦਾ ਹੈਗਾ, ਮੈਂ ਜਿਵੇਂ ਪਹਿਲਾਂ ਕਿਹਾ, ਮੁੱਦੇ ਦੇ ਫਰੇਮ ਨੂੰ ਚੱਕ ਕੇ ਸਿਕਿਉਰਿਟੀ ਦੇ ਫਰੇਮ 'ਚ ਲੈ ਜਾਓ। ਜੇ ਤੁਸੀਂ ਲੋਕਾਂ ਨੂੰ ਉਹ ਮੁੱਦੇ ਦੀ ਜਗ੍ਹਾ 'ਤੇ ਇਹ ਕਹਿਣ ਲੱਗ ਪਓਗੇ ਤੁਹਾਡੀ ਲਾਈਫ ਨੂੰ ਖਤਰਾ ਹੈ ਕਿਉਂਕਿ ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ, ਤਾਂ ਮੁੱਦੇ ਦੀ ਗੱਲ ਜਿਹੜੀ ਉਹ ਵਲੇਟੀ ਜਾਂਦੀ ਹੈ। ਠੀਕ ਹੈ, ਸੋ CA ਦੇ ਪ੍ਰੋਟੈਸਟ ਦੇ ਵਿੱਚ ਇਹੀ ਹੋਇਆ ਹੈ ਨਾ। ਮੈਨੂੰ ਲੱਗਦਾ ਕਿ ਉੱਥੇ ਜਿਹੜੇ ਮੁੱਦੇ ਸੀਗੇ ਉਹਨਾਂ ਦੀ ਜਗ੍ਹਾ ਦੇ ਉੱਤੇ ਸਕਸੈਸਫੁਲੀ ਟਰੋਲਿੰਗ ਕਰਕੇ, ਅਤੇ ਮੇਨ ਮੀਡੀਆ ਕਿਉਂਕਿ ਕੰਟਰੋਲ ਦੇ ਵਿੱਚ ਸੀਗਾ, ਤਾਂ ਜਿਹੜੀ ਉਹ ਉਸ ਟਾਈਮ ਦੀ ਗਵਰਨਮੈਂਟ ਸੀਗੀ ਉਹਨੂੰ ਸਿਕਿਉਰਿਟੀ ਫਰੇਮ ਦੇ ਵਿੱਚ ਲੱਗੀ। ਸਿਕਿਉਰਿਟੀ ਫਰੇਮ ਤੋਂ ਲਿਜਾਣ ਤੋਂ ਬਾਅਦ ਉਹਨੂੰ ਖਦੇੜਨਾ ਬੜਾ ਈਜ਼ੀ ਹੋ ਗਿਆ ਸੀਗਾ। ਪੰਜਾਬ ਦੇ ਜਿਹੜਾ ਹੁਣ ਪ੍ਰੋਟੈਸਟ ਚੱਲ ਰਿਹਾ, ਇਹਦੇ ਵਿੱਚ ਇੱਕ ਚੀਜ਼ ਜਿਹੜੀ ਬੜੀ ਵਧੀਆ ਹੋਈ ਹੈ ਕਿ ਇਹ ਜਿਹੜਾ ਇਸ਼ੂ ਹੈ ਇਕੱਲਾ ਪੰਜਾਬ ਦਾ ਇਸ਼ੂ ਨਹੀਂ ਰਹਿ ਗਿਆ, ਉਹਦੇ ਵਿੱਚ ਹਰਿਆਣੇ ਦਾ ਵੀ ਜੁੜ ਗਿਆ, ਉਹਦੇ ਵਿੱਚ ਰਾਜਸਥਾਨ ਦਾ ਕਿਸਾਨ ਵੀ ਜੁੜ ਗਿਆ। ਉਹਦੇ ਵਿੱਚ ਜਿਹੜਾ ਵੀ ਉੱਥੇ ਵਿਚਰ ਰਿਹਾ, ਉਹ ਜਦੋਂ ਵਿੱਚ ਜਾ ਰਿਹਾ ਤੇ ਉਹ ਜੋ ਵੇਖ ਰਿਹਾ ਹੈ ਨਾ, ਉਹਦਾ ਜਿਹੜਾ ਐਕਸਪੀਰੀਅੰਸ ਆ ਉਹ ਜਿੱਦਾਂ ਦੀ ਟਰੋਲਿੰਗ ਹੋ ਰਹੀ ਆ ਉਹਦੇ ਨਾਲ ਬਿਲਕੁਲ ਮੈਚ ਨਹੀਂ ਕਰ ਰਿਹਾ। ਸੋ ਮੈਨੂੰ ਲੱਗਦਾ ਕਿ ਇਹ ਜਿਹੜੇ ਨੈਰੇਟਿਵ ਨੇ, ਇਹਨਾਂ ਨੂੰ ਭੰਨਣ ਦਾ ਤਰੀਕਾ ਕਾਊਂਟਰ ਨੈਰੇਟਿਵ ਹੀ ਹੁੰਦੇ ਨੇ, ਪਰ ਕਾਊਂਟਰ ਨੈਰੇਟਿਵ ਤਾਂ ਹੀ ਹੋਣਗੇ ਜੇ ਜ਼ਮੀਨੀ ਪੱਧਰ ਦੇ ਉੱਤੇ ਹੈ ਨਾ ਉਹਦੇ ਵਿੱਚ ਕੋਈ ਵੇਟੇਜ ਹੋਊਗੀ। ਐਂਡ ਜ਼ਮੀਨੀ ਪੱਧਰ ਦੇ ਉੱਤੇ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਪੰਜਾਬ ਵਿਚਰ ਰਿਹਾ, ਐਂਡ ਜਿਸ ਹਿਸਾਬ ਨਾਲ ਜਿਹਨੂੰ ਉੜਤਾ ਪੰਜਾਬ ਕਹਿੰਦੇ ਸੀਗੇ ਹੈ ਨਾ ਜੀ, ਉਹ ਜਿਸ ਹਿਸਾਬ ਨਾਲ ਨਿੱਤਰ ਕੇ ਬਾਹਰ ਆਇਆ ਹੈ ਨਾ, ਪੰਜਾਬ ਤੋਂ ਬਾਹਰ ਪੰਜਾਬ ਦਾ ਨੈਰੇਟਿਵ ਬੜੀ ਵਾਰੀ ਦੱਬ ਦਿੱਤਾ ਜਾਂਦਾ, ਪਰ ਜਿਵੇਂ ਉੱਥੇ ਪੰਜਾਬ ਹੁਣ ਨਿੱਤਰ ਕੇ ਬਾਹਰ ਆਇਆ, ਜਿਸ ਹਿਸਾਬ ਦਾ ਕਰੈਕਟਰ ਉਹਨੇ ਸ਼ੋਅ ਕੀਤਾ, ਜਿਹੜਾ ਸਰਬੱਤ ਦਾ ਕਰੈਕਟਰ, ਸਰਬੱਤ ਦੇ ਭਲੇ ਦਾ ਕਰੈਕਟਰ, ਜਿਹੜਾ ਆਲ ਇਨਕਲੂਸਿਵ ਕਰੈਕਟਰ, ਜਿਹਨੇ ਸਾਰਿਆਂ ਨੂੰ ਕਲਾਵੇ ਦੇ ਵਿੱਚ ਲਿਆ। ਸੋ ਮੈਨੂੰ ਲੱਗਦਾ ਵੀ ਉਹ ਆਪਣੇ ਆਪ ਦੇ ਵਿੱਚ ਇਹ ਨੈਰੇਟਿਵ ਭੰਨੂਗਾ। ਓਬਵੀਅਸਲੀ ਜਿਹੜੇ ਅਸੀਂ ਨੈਟੀਜ਼ਨਸ ਆ, ਜਿਹੜੇ ਅਸੀਂ ਉੱਥੇ ਨਹੀਂ ਜਾ ਸਕਦੇ, ਸਾਡਾ ਇਹ ਫਰਜ਼ ਬਣਦਾ ਕਿ ਸਾਡੀਆਂ ਉੱਥੋਂ ਦੀਆਂ ਸਟੋਰੀਜ਼ ਜਿਹੜੀਆਂ ਨੇ ਹੈ ਨਾ, ਸਾਡੇ ਬਜ਼ੁਰਗ ਉੱਥੇ ਬੈਠੇ ਨੇ ਉਹਨਾਂ ਦੀਆਂ ਸਟੋਰੀਆਂ ਨੇ, ਸਾਡੇ ਬੱਚੇ ਉੱਥੇ ਪਾਰਟੀਸਪੇਟ ਕਰ ਰਹੇ ਨੇ ਉਹਨਾਂ ਦੀਆਂ ਸਟੋਰੀਆਂ ਨੇ, ਜਿਹੜੀਆਂ ਸਟੋਰੀਆਂ ਨੇ, ਜਿਹੜੀ ਉੱਥੇ ਜੋ ਵਿਚਰਿਆ ਉਹਨੂੰ ਨੈਸ਼ਨਲ ਲੈਵਲ 'ਤੇ ਲੈ ਕੇ ਜਾਣਾ, ਨਾ ਸਿਰਫ ਆਪਣੀਆਂ ਭਾਸ਼ਾਵਾਂ ਦੇ ਵਿੱਚ, ਨਾ ਸਿਰਫ ਪੰਜਾਬੀ ਦੇ ਵਿੱਚ, ਉਹ ਸਗੋਂ ਇੰਗਲਿਸ਼। ਮੈਨੂੰ ਲੱਗਦਾ ਕਿ ਜਿਹੜਾ ਇਹ ਇੱਕ ਪ੍ਰੋਟੈਸਟ ਹੋ ਰਿਹਾ, ਜਿਸ ਹਿਸਾਬ ਨਾਲ ਇਹ ਹੋ ਰਿਹਾ, ਇੰਨੇ ਲੱਖਾਂ ਲੋਕ ਨੇ ਐਂਡ ਉਹ ਪੀਸਫੁਲੀ ਪ੍ਰੋਟੈਸਟ ਕਰ ਰਹੇ, ਐਂਡ ਜਿਨ੍ਹਾਂ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਨਾਲ ਲੰਗਰ ਵੀ ਆਫਰ ਕਰ ਰਹੇ ਆ। ਸੋ ਮੈਨੂੰ ਲੱਗਦਾ ਵੀ ਇਟ ਇਜ਼ ਜੇ ਇਹਨੂੰ ਵੇਖਿਆ ਜਾਏ, ਇਟਸ ਗੋਇੰਗ ਟੂ ਬੀ ਇੱਕ ਕੇਸ ਸਟੱਡੀ ਹੋਊਗੀ ਕਿਸੇ ਵੀ, ਜਿਵੇਂ ਮੈਂ ਪਹਿਲਾਂ ਕਿਹਾ, ਐਂਥਰੋਪੋਲੋਜੀ ਦੇ ਸਟੂਡੈਂਟ ਦੇ ਲਈ ਹੈ ਨਾ, ਕਿ ਪ੍ਰੋਟੈਸਟ ਕਿਵੇਂ ਕਰਨਾ। ਸੋ ਮੈਨੂੰ ਲੱਗਦਾ ਕਿ ਜਿਹੜਾ ਕਰੈਕਟਰ ਪੰਜਾਬ ਦਾ ਨਿਕਲ ਕੇ ਆਇਆ ਐਂਡ ਜਿਹੜਾ ਉਹਦੇ ਵਿੱਚ ਵਿਚਰ ਗਿਆ ਹੈ ਨਾ, ਉਹਦੇ ਲਈ ਮੈਨੂੰ ਲੱਗਦਾ ਵੀ ਇੱਕ ਵਾਰੀ ਜਿਹੜਾ ਸਾਡਾ ਪੁਰਾਣਾ ਇਤਿਹਾਸ ਸੀ ਉਹ ਫਿਰ ਤੋਂ ਜੀਵਿਤ ਹੋ ਗਿਆ। ਉਹੀ ਸਟਰਕਚਰਸ ਹੈ ਨਾ, ਕਿਵੇਂ ਕੋਲੈਬੋਰੇਟ ਕਰਦੇ ਸੀ, ਕਿਵੇਂ ਲੰਗਰ ਲਾਉਂਦੇ ਸੀ, ਕਿਵੇਂ ਪੜਾਅ ਕਰਦੇ ਸੀ, ਕਿਵੇਂ ਜਿੱਥੇ ਜਾ ਕੇ ਬਹਿੰਦੇ ਸੀਗੇ ਤੇ ਉਹਨਾਂ ਦੀ ਵੀ ਕੇਅਰ ਕਰਦੇ ਸੀਗੇ। ਸੋ ਮੈਨੂੰ ਲੱਗਦਾ ਵੀ ਇਹ ਜਿਹੜਾ CA ਵਾਲਾ ਨੈਰੇਟਿਵ ਸੀਗਾ ਹੁਣ ਇੱਥੇ ਫਿੱਟ ਨਹੀਂ ਹੋਣਾ। ਠੀਕ ਹੈ ਕਿ ਨਹੀਂ, ਜ਼ੋਰ ਭਾਵੇਂ ਲੱਗ ਰਿਹਾ, ਤੇ ਮੈਨੂੰ ਲੱਗ ਰਿਹਾ ਜੇ ਜ਼ੋਰ ਲੱਗ ਰਿਹਾ ਤੇ ਉਹ ਰਿਐਕਸ਼ਨ ਵੀ ਫਿਰ ਜਿਹੜਾ ਆਨਲਾਈਨ ਨੈਟੀਜ਼ਨ ਜਿਹੜੇ ਨੇ ਉਸ ਮਤਲਬ ਜਿਹੜੀਆਂ ਟਵਿੱਟਰ ਇੱਕ ਕੈਂਪੇਨ ਆ, ਪਰ ਇਸੇ ਤਰ੍ਹਾਂ ਕਈ ਕੈਂਪੇਨਸ ਦੇ ਨਾਲ ਉਸ ਨੈਰੇਟਿਵ ਦਾ ਮੂੰਹ ਵੀ ਭੰਨਿਆ ਜਾ ਰਿਹਾ।
ਸ਼ਾਹੀਨ ਬਾਗ ਦੀ ਪ੍ਰੋਟੈਸਟ ਦੇ ਵਿੱਚ ਕਮਿਊਨਿਟੀ ਦੀ ਇਨਵੋਲਵਮੈਂਟ ਬਹੁਤ ਘੱਟ ਸੀਗੀ। ਇਸ ਪ੍ਰੋਟੈਸਟ ਦੇ ਵਿੱਚ ਕਮਿਊਨਿਟੀ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ। ਤੇ ਦੂਜੀ ਗੱਲ ਮੈਂ ਇੱਕ ਪੁੱਛਣੀ ਚਾਹੁੰਦਾ ਸੀਗਾ ਕਿ ਜਿਵੇਂ ਬਲੈਕ ਲਾਈਵਜ਼ ਮੈਟਰ ਜਿਹੜਾ ਇੱਕ ਮੁਹਿੰਮ ਚੱਲੀ ਸੀਗੀ, ਵੈਸਟਰਨ ਮੀਡੀਆ ਨੇ ਉਹਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਕਵਰ ਕੀਤਾ ਸੀਗਾ। ਹੁਣ ਮੰਨਿਆ ਜਾ ਰਿਹਾ ਵੀ ਜਿਹੜਾ ਸੰਘਰਸ਼ ਹੈ, ਪ੍ਰੋਟੈਸਟ ਜਿਹੜੀ ਇੰਡੀਆ ਦੇ ਵਿੱਚ ਹੋ ਰਹੀ ਹੈ, ਇਹ ਬਹੁਤ ਵੱਡੇ ਲੈਵਲ ਦੇ ਉੱਤੇ ਵਰਲਡ ਦੀ ਇੱਕ ਤਰ੍ਹਾਂ ਮਤਲਬ ਰਿਕਾਰਡ ਤੋੜਵੀਂ ਪ੍ਰੋਟੈਸਟ ਹੈ, ਪਰ ਫਿਰ ਵੀ ਵੈਸਟਰਨ ਮੀਡੀਆ ਵੱਲੋਂ ਉਸ ਹਿਸਾਬ ਨਾਲ ਕਵਰ ਨਹੀਂ ਕੀਤਾ ਗਿਆ। ਸੋ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਮੈਨੂੰ ਇਹ ਲੱਗਦਾ ਜਿਹੜਾ ਮੀਡੀਆ ਹੁੰਦਾ, ਮੀਡੀਆ ਕਿਸੇ ਵੀ ਕੰਟਰੀ ਦੇ ਆਪਦੇ ਟੂਲਸ ਹੁੰਦੇ ਨੇ, ਠੀਕ ਹੈ ਜੀ। ਸੋ ਦੂਜੀ ਗੱਲ ਇਹ ਵੀ ਹੈ ਕਿ ਜਿਹੜੀ ਚੀਜ਼ ਸਾਡੇ ਬੈਕਯਾਰਡ ਦੇ ਵਿੱਚ ਹੋਣ ਡਈ ਹੋਵੇ ਉਹ ਸਾਡੀ ਪ੍ਰੋਬਲਮ ਹੁੰਦੀ ਹੈ, ਜਿਹੜੀ ਬੈਕਯਾਰਡ ਦੇ ਵਿੱਚ ਨਾ ਹੋਣ ਡਈ ਹੋਵੇ ਉਹ ਸਾਡੀ ਪ੍ਰੋਬਲਮ ਨਹੀਂ ਹੁੰਦੀ, ਠੀਕ ਹੈ। ਸੋ ਤੁਸੀਂ ਪਹਿਲਾਂ ਕੁਐਸਚਨ ਕਰ ਰਹੇ ਸੀਗੇ ਕਿ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਨੇ ਸਟੂਡੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟ ਨੇ, ਆਪਦੇ ਕੰਮ ਕਰਕੇ ਪ੍ਰੋਟੈਸਟ ਕਰ ਰਹੇ, ਉਹਦਾ ਇੰਪੈਕਟ ਕੀ ਪੈ ਰਿਹਾ? ਉਹਦਾ ਇੰਪੈਕਟ ਇਹ ਪੈ ਰਿਹਾ ਕਿ ਤੁਹਾਡੀ ਜਿਹੜੀ ਸਟੋਰੀ ਆ ਉਹ ਸਿਰਫ ਪੰਜਾਬ ਦੇ ਵਿੱਚ ਨਾ ਰਹਿ ਕੇ ਉਹ ਪੂਰੇ ਦੁਨੀਆ ਦੇ ਵਿੱਚ ਫੈਲ ਰਹੀ ਹੈ, ਠੀਕ ਹੈ ਜੀ। ਜਿਹੜਾ ਵੈਸਟਰਨ ਮੀਡੀਆ ਜਿਹੜਾ ਬਲੈਕ ਲਾਈਵ ਮੈਟਰਸ ਨੂੰ ਮੈਨੂੰ ਲੱਗਦਾ ਵੀ ਦੋਵੇਂ ਆਪਸ ਦੇ ਵਿੱਚ ਕੰਪੇਅਰ ਕਰਨੇ ਇਸ ਕਰਕੇ ਵੀ ਕੰਪੈਰੇਬਲ ਨਹੀਂ ਹੈਗੇ, ਕਿਉਂਕਿ ਬਲੈਕ ਲਾਈਵ ਮੂਵਮੈਂਟ ਜਿਹੜੀ ਸੀ ਉਹ ਅਮਰੀਕਾ ਦੇ ਵਿੱਚ ਹੈ ਨਾ, ਮਤਲਬ ਜਿਹੜੀ ਐਫਰੋ ਅਮਰੀਕਨ ਕਮਿਊਨਿਟੀ ਸੀ ਉਹਨਾਂ ਦੇ ਨਾਲ ਇੰਨੇ ਚਿਰ ਤੋਂ ਧੱਕਾ ਹੁੰਦਾ ਜਾ ਰਿਹਾ, ਇਟ ਰੀਚਡ ਅ ਸਰਟਨ ਪੁਆਇੰਟ ਐਂਡ ਮੈਨੂੰ ਲੱਗਦਾ ਵੀ ਦੇਰ ਕਾਫੀ ਚੀਜ਼ਾਂ ਸੀ ਜਿਹੜੀਆਂ ਇੱਕੋ ਟਾਈਮ ਕਲਮਨੇਟ ਹੋ ਗਈਆਂ। ਟਰੰਪ ਉੱਥੇ ਸੀਗਾ ਹੈ ਨਾ, ਮਤਲਬ ਟਰੰਪ ਦੀਆਂ ਜਿਹੜੀਆਂ ਪਾਲਿਸੀਜ਼ ਸੀਗੀਆਂ ਉਹ ਖਾਸੀਆਂ ਤੁਸੀਂ ਕਹਿ ਸਕਦੇ ਆ ਵੀ ਐਂਟੀ ਮਾਈਨੋਰਿਟੀ ਐਂਟੀ ਬਲੈਕ ਖਾਸੀ ਵਾਰੀ ਪਰਸੀਵਡ ਸੀਗੀਆਂ ਘੱਟੋ ਘੱਟ, ਹੁਣ ਭਾਵੇਂ ਜਿਵੇਂ ਦੀ ਮਰਜ਼ੀ। ਅਤੇ ਇਸ ਕਰਕੇ ਉਹ ਅਮਰੀਕਾ ਦਾ ਵੀ ਪ੍ਰੋਟੈਸਟ ਸੀਗਾ। ਸੋ ਇਸ ਕਰਕੇ ਜਿਹੜਾ ਅਮਰੀਕਨ ਮੀਡੀਆ ਸੀਗਾ ਉਹਦੀ ਕਵਰੇਜ, ਪਰ ਆਪਾਂ ਜੇ ਹੁਣ ਮੈਂ ਓਬਜ਼ਰਵ ਕਰਾਂ ਕੰਪੇਅਰ ਟੂ ਜਿਹੜੇ ਪੁਰਾਣੇ ਪ੍ਰੋਟੈਸਟ ਸੀਗੇ ਉਹਨਾਂ ਦੇ ਕੰਪੈਰੇਟਿਵ ਆਹ ਜਿਹੜਾ ਪ੍ਰੋਟੈਸਟ ਆ ਇਹਨੂੰ ਵਰਲਡ ਲੈਵਲ ਦੇ ਮੀਡੀਆ ਨੇ ਕਵਰ ਕੀਤਾ। ਐਂਡ ਵਰਲਡ ਲੈਵਲ ਦੇ ਮੀਡੀਆ ਨੇ ਕਿੱਦਾਂ ਕਵਰ ਕੀਤਾ? ਉਹ ਇਸ ਕਰਕੇ ਕਵਰ ਕੀਤਾ ਕਿਉਂਕਿ ਨੈਟੀਜ਼ਨਸ ਬਹੁਤ ਜ਼ਿਆਦਾ ਐਕਟਿਵ ਸੀਗੇ। ਪਹਿਲੇ ਦਿਨ ਜਿਸ ਦਿਨ ਉੱਥੇ ਵਾਟਰ ਕੈਨਨਸ ਫਾਇਰ ਹੋਏ ਆ, ਉਸੇ ਦਿਨ ਹੀ ਔਨਲਾਈਨ ਇੰਟਰਨੈਸ਼ਨਲ ਮੀਡੀਆ ਦੇ ਨਾਲ ਟੈਗਿੰਗ ਹੋਣੀ ਸ਼ੁਰੂ ਹੋ ਗਈ ਸੀ, ਠੀਕ ਹੈ ਜੀ। ਪਹਿਲੇ ਪ੍ਰੋਟੈਸਟ ਦੇ ਵਿੱਚ ਆਪਾਂ ਨਹੀਂ ਵੇਖਿਆ। ਸੋ ਜਿਹੜਾ ਨੈਰੇਟਿਵ ਬਣਿਆ, ਜਿਹੜੇ ਵਿਜ਼ੂਅਲਸ ਬਾਹਰ ਆਏ, ਠੀਕ ਹੈ, ਉਹ ਮਤਲਬ ਖਾਸੇ ਜਿਹੜੇ ਸੀਗੇ ਇੰਪੈਕਟਫੁਲ ਸੀਗੇ। ਸੋ ਜੇ ਹੁਣ ਅਸੀਂ ਵੇਖੀਏ ਤਾਂ ਖਾਸੀ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ ਇਹਨੂੰ ਕਵਰ ਕੀਤਾ ਹੈ। ਤਾਂ ਮੈਨੂੰ ਲੱਗਦਾ ਵੀ ਜਿਉਂ-ਜਿਉਂ ਇਹ ਨੈਰੇਟਿਵ ਮੇਨ ਸਟ੍ਰੀਮ ਬਣਦਾ ਜਾਊਗਾ, ਜਿਉਂ-ਜਿਉਂ ਇਹ ਨੈਰੇਟਿਵ ਆਲ ਇਨਕਲੂਸਿਵ ਹੁੰਦਾ ਜਾਊਗਾ, ਜਿਉਂ-ਜਿਉਂ ਪੰਜਾਬ ਜਿਹੜਾ ਆ ਉਹ ਪੰਜਾਬ ਤੋਂ ਫੈਲ ਕੇ ਤੇ ਵੱਡਾ ਹੁੰਦਾ ਜਾਊਗਾ ਹੈ ਨਾ, ਉਹ ਸਾਰਿਆਂ ਦੇ ਹੱਕਾਂ ਦੀ ਗੱਲ ਕਰਦਾ ਜਾਊਗਾ, ਤਾਂ ਮੈਨੂੰ ਲੱਗਦਾ ਵੀ ਇਹਦੀ ਕਵਰੇਜ ਹੋਰ ਵੀ ਹੋਊਗੀ। ਐਂਡ ਮੈਨੂੰ ਇਹ ਵੀ ਲੱਗਦਾ ਕਿ ਇਹ ਜਿਹੜਾ ਪ੍ਰੋਟੈਸਟ ਸੀਗਾ ਇਹ ਜ਼ਰੂਰੀ ਸੀਗਾ। ਇਹ ਪ੍ਰੋਟੈਸਟ ਇੰਡੀਅਨ ਡੈਮੋਕ੍ਰੇਸੀ ਦੀ ਸਟਰੈਂਥ ਦੇ ਲਈ, ਜੇ ਇੰਡੀਆ ਨੇ ਡੈਮੋਕ੍ਰੇਸੀ ਵਜੋਂ ਰਹਿਣਾ ਹੈ ਤਾਂ ਉਹਦੇ ਵਿੱਚ ਦੈਟ ਮੀਨਸ ਕਿ ਜਿਹੜੀ ਸਿਟੀਜ਼ਨਸ ਦੀ ਬੜੀ ਸਟਰੋਂਗ ਵੌਇਸ ਹੋਣੀ ਚਾਹੀਦੀ ਆ। ਉਹਦੇ ਵਿੱਚ ਇਹ ਨਹੀਂ ਹੈ ਕਿ ਰਿਪਬਲਿਕ ਟੀਵੀ ਵਰਗੇ ਹੈ ਨਾ ਦੋ ਚਾਰ ਜਿਹੜੇ ਸਾਰਿਆਂ ਨੂੰ ਮੂੰਹ ਬੰਦ ਕਰਾਉਂਦੇ ਹੋਣ, ਸਿਰਫ ਉੱਦਾਂ ਦੇ ਮੀਡੀਆ ਚੱਲਦੇ ਹੋਣ। ਉਹਦੇ ਵਿੱਚ ਇੰਡੀਪੈਂਡੈਂਟ ਮੀਡੀਆ ਦਾ ਹੋਣਾ ਬੜਾ ਇੰਪੋਰਟੈਂਟ ਹੈ। ਉਹਦੇ ਵਿੱਚ ਮੀਡੀਆ ਨੂੰ ਇੱਦਾਂ ਦੇ ਮਾਡਲ ਵੀ ਦਿਖਣੇ ਚਾਹੀਦੇ ਆ ਕਿ ਹਾਂ ਜਿਹੜਾ ਮਤਲਬ ਐਂਟੀ ਨੈਰੇਟਿਵ ਮੀਡੀਆ ਹੋਊਗਾ ਉਹਦੇ ਕੋਲ ਵੀ ਸਪੇਸ ਹੋਊਗੀ। ਸੋ ਮੈਨੂੰ ਲੱਗਦਾ ਓਵਰਆਲ ਇਫ ਇੰਡੀਆ ਇਜ਼ ਗੋਇੰਗ ਟੂ ਸਟੇ ਅ ਡੈਮੋਕ੍ਰੇਸੀ ਤਾਂ ਇਹ ਡੈਮੋਕ੍ਰੇਸੀ ਦੇ ਲਈ ਇੱਕ ਬੜਾ ਵਧੀਆ ਮੈਨੂੰ ਲੱਗਦਾ ਵੀ ਇੰਪੈਕਟਫੁਲ ਚੀਜ਼ ਹੋ ਨਿਕਲੂਗੀ। ਅੱਛਾ, ਇੱਥੇ ਗੱਲ ਕਰਦੇ ਹਾਂ ਕਿ ਪ੍ਰੋਟੈਸਟ ਜਦੋਂ ਦੀਆਂ ਹੋ ਰਹੀਆਂ ਨੇ, ਹੁਣ ਤੁਸੀਂ ਕਿਹਾ ਵੀ ਅਵੇਅਰਨੈਸ ਆਪਣੇ ਲੈਵਲ ਦੇ ਉੱਤੇ ਫੈਲਾਈ ਜਾ ਰਹੀ ਹੈ, ਹਰ ਚੀਜ਼ ਜਿਹੜੀ ਹੈ ਵੀ ਮਤਲਬ ਜਿੰਨੀ ਪੋਸੀਬਲ ਹੋ ਸਕਦੀ ਹੈ ਆਪਣੇ ਵੱਲੋਂ ਕੀਤੀ ਜਾ ਰਹੀ ਹੈ, ਤੇ ਇਹਦਾ ਅੰਤ ਕੀ ਦੇਖਦੇ ਹੋ ਵੀ ਮਤਲਬ ਕੀ ਤੁਹਾਨੂੰ ਕੀ ਲੱਗਦਾ ਵੀ ਅੱਗੇ ਇਹ ਕੀ ਹੋਣ ਵਾਲਾ ਇਹਦਾ ਜਿਹੜਾ ਮੇਨ? ਵੇਖੋ ਜੋ ਉੱਥੇ ਹੋਊਗਾ ਹੈ ਨਾ, ਮਤਲਬ ਉਹ ਅਸੀਂ ਦੂਰੋਂ ਬਹਿ ਕੇ ਕਿਆਸਰਾਈ ਲਾਉਣੀ ਜਿਹੜੀ ਆ ਉਹ ਡਿਫਿਕਲਟ ਆ ਹੈ ਨਾ, ਕਿਉਂਕਿ ਗਰਾਊਂਡ ਦੇ ਉੱਤੇ ਕਿੰਨੇ ਤਰ੍ਹਾਂ ਦਾ ਨੈਰੇਟਿਵ ਚੱਲ ਰਿਹਾ ਹੈ ਨਾ। ਇੱਕ ਗੱਲ ਤਾਂ ਡੈਫੀਨੇਟਲੀ ਇਹ ਪੱਕੀ ਹੈ, ਜਿਉਂ-ਜਿਉਂ ਜਿਹੜੀ ਪੀਪਲਸ ਮੂਵਮੈਂਟ ਆ ਉਹ ਲੰਮੇ ਸਮੇਂ ਤੱਕ ਚੱਲਦੀ ਆ ਤਾਂ ਉਹਦੇ ਵਿੱਚ ਫਿਰ ਮਤਲਬ ਉਹਨੂੰ ਆਰਗੇਨਾਈਜ਼ ਹੋਰ ਹੋਣਾ ਪੈਂਦਾ, ਉਹਨੂੰ ਡਿਸਿਪਲਿਨ ਹੋਰ ਹੋਣਾ ਪੈਂਦਾ ਹੈ ਨਾ। ਉਹਦੇ ਵਿੱਚ ਮਤਲਬ ਜਿਹੜੀਆਂ ਪੋਸੀਬਿਲਿਟੀਜ਼ ਹੁੰਦੀਆਂ ਹੈ ਨਾ ਮੈਸਅਪ ਹੋਣ ਦੀਆਂ ਉਹ ਵੀ ਵਧਣ ਲੱਗ ਪੈਂਦੀਆਂ। ਪਰ ਮੈਨੂੰ ਲੱਗਦਾ ਜਿਸ ਹਿਸਾਬ ਦੀ ਚੜ੍ਹਦੀ ਕਲਾ ਗਰਾਊਂਡ ਦੇ ਉੱਤੇ ਹੈ ਨਾ, ਜਿਸ ਹਿਸਾਬ ਦੀ ਸੈਲਫ ਆਰਗੇਨਾਈਜੇਸ਼ਨ ਬਣ ਰਹੀ ਆ, ਉਹ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਆ। ਪਰ ਨਾਲ ਦੀ ਨਾਲ ਮੈਂ ਇੱਕ ਗੱਲ ਕਹੂੰਗਾ ਕਿ ਇਹ ਜਿਹੜੀ ਜਾਗ ਲੱਗੀ ਹੈ ਪੰਜਾਬ ਵਿੱਚ ਉਹ ਇੱਥੇ ਹੀ ਨਹੀਂ ਰੁਕਣੀ ਚਾਹੀਦੀ। ਇਹ ਜਿਹੜੀ ਜਾਗ ਹੈ ਇਹ ਤੋਂ ਗਾਂਹ ਵਧਣੀ ਚਾਹੀਦੀ ਆ। ਕਿੱਦਾਂ ਦੇ ਮਾਡਲ, ਜਿਵੇਂ ਅਸੀਂ ਪਹਿਲਾਂ ਕਿਹਾ ਕਿ ਵੇਖੋ ਜਿਹੜਾ ਆੜਤੀਆ ਮਾਡਲ ਵੀ ਹੈਗਾ ਆ ਹੈ ਨਾ, ਜਿਹਦੇ ਵਿੱਚ 33% ਦੇ ਇੰਟਰਸਟ ਰੋਲ ਤੇ ਜੱਟ ਲੋਨ ਲੈ ਰਹੇ ਨੇ, ਉਹ ਵੀ ਕੋਈ ਬਹੁਤ ਵਧੀਆ ਮਾਡਲ ਨਹੀਂ ਹੈਗਾ, ਠੀਕ ਹੈ। ਸੋ ਇਹਦੇ ਨਾਲ ਇਹ ਤੋਂ ਬਾਅਦ ਮੈਨੂੰ ਲੱਗਦਾ ਕਿ ਇੱਕ ਕਾਊਂਟਰ ਇੱਕ ਸੈਲਫ ਇੰਟਰੋਸਪੈਕਸ਼ਨ ਗੇਮ ਚੱਲਣੀ ਚਾਹੀਦੀ ਹੈ, ਜਿਹਦੇ ਵਿੱਚ ਪੰਜਾਬ ਇਹ ਵੇਖੇ ਕਿ ਪੰਜਾਬ ਦੇ ਕੋਲੇ ਕਿੰਨਾ ਸਟਰੋਂਗ ਹਿਊਮਨ ਰਿਸੋਰਸ ਆ, ਠੀਕ ਆ, ਉਹਨੂੰ ਕਿਸ ਹਿਸਾਬ ਨਾਲ ਪੰਜਾਬ ਦੇ ਲਈ ਯੂਜ਼ ਕੀਤਾ ਜਾ ਸਕਦਾ। ਪੰਜਾਬ ਕੋਲੇ ਕਿੰਨਾ ਵੱਡਾ ਇੰਟਰਨੈਸ਼ਨਲ ਡਾਇਸਪੋਰਾ ਦਾ ਜਿਹੜਾ ਹੈਗਾ ਆ ਉਹ ਰਿਸੋਰਸ ਹੈਗਾ ਆ, ਐਂਡ ਕਿੱਦਾਂ ਅਸੀਂ ਸਾਰੇ ਵਰਕ ਕਰ ਸਕਦੇ ਹਾਂ, ਭਾਵੇਂ ਐਜੂਕੇਸ਼ਨ ਹੋਵੇ, ਭਾਵੇਂ ਐਗਰੀਕਲਚਰ ਰਿਫਾਰਮ ਹੋਣ, ਭਾਵੇਂ ਐਥਨਿਕ ਐਗਰੀਕਲਚਰ ਹੋਵੇ ਹੈ ਨਾ, ਭਾਵੇਂ ਟੂਰਿਜ਼ਮ ਹੋਵੇ। ਸੋ ਕਿਵੇਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਮੈਨੂੰ ਲੱਗਦਾ ਵੀ ਲੌਂਗ ਟਰਮ ਦੇ ਵਿੱਚ ਜਿਸ ਹਿਸਾਬ ਨਾਲ ਹੁਣ ਇੱਕ ਰੈਵੋਲੂਸ਼ਨ ਚੱਲਿਆ, ਜਿਹੜਾ ਅਗਲਾ ਰੈਵੋਲੂਸ਼ਨ ਚੱਲਣਾ ਚਾਹੀਦਾ ਉਹ ਚੱਲਣਾ ਚਾਹੀਦਾ ਥਾਟ ਪ੍ਰੋਸੈਸ ਦਾ,
ਥਿੰਕ ਟੈਂਕ ਕਿੱਦਾਂ ਪੰਜਾਬ ਦੇ ਵਿੱਚ ਬਣ, ਕਿੱਦਾਂ ਨੈਰੇਟਿਵ ਜਿਹੜੇ ਉਹ ਦੁਬਾਰਾ ਤੋਂ ਸਿਰਜ ਜਾਣ, ਕਿੱਦਾਂ ਆਪਣੇ ਇੰਸਟੀਟਿਊਸ਼ਨਸ ਦੁਬਾਰਾ ਤੋਂ ਬਿਲਡ ਹੋਣ। ਸੋ ਇਹ ਸਾਰੀਆਂ ਚੀਜ਼ਾਂ ਦੇ ਮਤਲਬ ਮੈਨੂੰ ਲੱਗਦਾ ਵੀ ਇਸ ਤੋਂ ਬਾਅਦ ਦੇਰ ਇਜ਼ ਅ ਲੋਟ ਆਫ ਵਰਕ ਦੈਟ ਇਜ਼ ਲੈਫਟ, ਜਿਹੜਾ ਇਸ ਤੋਂ ਬਾਅਦ ਕਰਨਾ ਪੰਜਾਬ ਦੇ ਲਈ ਜ਼ਰੂਰੀ ਹੋਊਗਾ। ਨਹੀਂ ਤਾਂ ਮੈਨੂੰ ਲੱਗਦਾ ਕਿ ਜੇ ਅਵੇਸਲੇ ਹੋ ਜਾਣਗੇ ਹੈ ਨਾ, ਤੇ ਫਿਰ ਤਾਂ ਪੰਜਾਬ ਦੇ ਉੱਤੇ ਇਦਾਂ ਦੀਆਂ ਲਹਿਰਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਅੱਗੇ ਵੀ ਆਉਂਦੀਆਂ ਰਹਿਣਗੀਆਂ। ਤੁਸੀਂ ਪਹਿਲਾਂ ਹੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ, ਮੇਰਾ ਅਗਲਾ ਸਵਾਲ ਇਹਦੇ ਉੱਤੇ ਸੀਗਾ ਕਿ ਹੁਣ ਜਿਵੇਂ ਪ੍ਰੋਟੈਸਟ ਹੋ ਰਹੀਆਂ, ਇਹਦੇ ਨਾਲ ਕਮਿਊਨਿਟੀ ਦੀ ਇਨਵੋਲਵਮੈਂਟ ਜਿਹੜੀ ਹੈ ਬਹੁਤ ਵੱਧ ਗਈ ਹੈ, ਸਾਰੇ ਇੱਕੋ ਪਿਲਰ ਦੇ ਅੰਡਰ ਆ ਗਏ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਗਿਆ, ਤੇ ਬੜਾ ਇਹ ਪੋਜ਼ਿਟਿਵ ਵੀ ਹੈ। ਪਰ ਜੇ ਇਹ ਰਿਫਾਰਮ ਜਿਹੜਾ ਵੀ ਇਹਨੂੰ ਯੂਨੀਫਾਰਮਿਟੀ ਨਾ ਦਿੱਤੀ ਗਈ, ਜੇ ਇਹਨੂੰ ਮੋਸ਼ਨ ਨਾ ਦਿੱਤਾ ਗਿਆ, ਤੇ ਜੇ ਇੱਥੇ ਹੀ ਖਤਮ ਹੋ ਗਿਆ, ਸੋ ਇਹ ਕਿਤੇ ਨਾ ਕਿਤੇ ਕਮਿਊਨਿਟੀ ਦੇ ਲਈ ਮਾੜਾ ਵੀ ਸਾਬਤ ਹੋ ਸਕਦਾ। ਹਾਂਜੀ ਮੈਨੂੰ ਇਹ ਲੱਗਦਾ, ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਜਿਹੜਾ ਇਸ ਐਕਸਪੀਰੀਅੰਸ ਦੇ ਵਿੱਚੋਂ ਨਿਕਲਿਆ, ਜਿਹੜੀ ਸਰਬ ਸਾਂਝੀ ਵਾਲਤਾ ਇਸ ਐਕਸਪੀਰੀਅੰਸ ਦੇ ਵਿੱਚ ਆ ਕੇ ਲੋਕਾਂ ਨੇ ਐਕਸਪੀਰੀਅੰਸ ਕੀਤੀ ਹੈ, ਐਂਡ ਜਿਹੜਾ ਐਕਸਪੀਰੀਅੰਸ ਕੀਤਾ ਕਿ ਥ੍ਰੈਟ ਦੇ ਥੱਲੇ ਕੀ ਆ, ਹੈ ਨਾ, ਥ੍ਰੈਟ ਦੇ ਥੱਲੇ ਇੱਕ ਪੂਰੀ ਐਗਜ਼ਿਸਟੈਂਸ ਆ, ਹੈ ਨਾ। ਪੰਜਾਬ ਜੇ ਤੁਸੀਂ ਬਾਕੀ ਦੁਨੀਆ ਦੇ ਵੇਖੋ, ਕਾਊਂਟਰ ਆਰਗੂਮੈਂਟ ਜਿਵੇਂ ਦਾ ਮਰਜ਼ੀ ਦੇਈ ਜਾਵੇ, ਭਾਜਪਾ ਦੇ ਕਈ ਲੀਡਰ ਹੁਣ ਇਸ ਟਾਈਮ ਜਾ ਕੇ ਉੱਥੇ ਕਾਊਂਟਰ ਆਰਗੂਮੈਂਟ ਇਹ ਦੇ ਰਹੇ ਨੇ, ਨਹੀਂ ਇਹ ਤਾਂ ਮਤਲਬ ਦੇਰ ਇਜ਼ ਨਥਿੰਗ ਇਨ ਇਟ। ਬਟ ਜੇ ਤੁਸੀਂ ਬਾਕੀ ਦੁਨੀਆ ਦੇ ਜਿੱਥੇ ਵੇਖੋ, ਜਿੱਥੇ ਐਥਨਿਕ ਐਗਰੀਕਲਚਰ ਹੈਗੇ ਸੀਗੇ, ਜਦੋਂ ਉਹਨਾਂ ਨੂੰ ਕਾਰਪੋਰੇਟਸ ਨੇ ਟੇਕ ਓਵਰ ਕੀਤਾ, ਹੈ ਨਾ, ਤੇ ਉੱਥੋਂ ਦੀਆਂ ਜਿਹੜੀਆਂ ਮਤਲਬ ਐਥਨਿਕ ਸਪਿਰਿਟ ਸੀਗੀਆਂ ਉਹ ਉੱਡ ਗਈਆਂ। ਮੈਂ ਅਮਰੀਕਾ ਦੇ ਵਿੱਚ ਇੱਕ ਵਾਰੀ ਡਰਾਈਵ ਕਰਦਾ ਸੀਗਾ, ਤਾਂ ਮੀਲਾਂ ਤੱਕ ਕਾਰਨ ਦੇ ਖੇਤ ਸੀਗੇ, ਜਿਹੜਾ ਮੱਕੀ ਦੇ ਖੇਤ, ਹੈ ਨਾ, ਤੇ ਉਹਦੇ ਵਿੱਚ ਘਰ ਮੈਕਡੋਨਲਡ, ਠੀਕ ਹੈ। ਹੁਣ ਤੁਸੀਂ ਵੇਖੋ ਕਿ ਉਹਦੇ ਵਿੱਚ ਜਿਹੜੀ ਉੱਥੇ ਦੀ ਲੋਕਲ ਐਥਨਿਕ ਡਾਇਵਰਸਿਟੀ ਹੈਗੀ ਆ, ਹੈ ਨਾ, ਉਹਦਾ ਕੀ ਬਣੇਗਾ। ਸੋ ਮੈਨੂੰ ਲੱਗਦਾ ਕਿ ਜੇ ਇਸ ਤੋਂ ਬਾਅਦ ਜੇ ਲੋਕ ਅਵੇਸਲੇ ਪੈ ਗਏ, ਜੇ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਸਾਡੇ ਕੋਲੇ ਕੀ ਆ, ਕੋਈ ਤਾਂ ਰੀਜ਼ਨ ਹੈਗਾ ਨਾ ਵੀ ਜਿਹੜੇ ਲਾਰਜ ਕਾਰਪੋਰੇਟਸ ਨੇ ਉਹ ਪੰਜਾਬ ਨੂੰ ਵੇਖ ਰਹੇ ਨੇ। ਪੰਜਾਬ ਕੋਲੇ ਇੱਕ ਬੜੀ ਵਧੀਆ ਉਪਜਾਊ ਜ਼ਮੀਨ ਹੈਗੀ ਆ, ਠੀਕ ਹੈ, ਉੱਥੇ ਦੇ ਲੋਕ ਮਿਹਨਤੀ ਨੇ, ਹੈ ਨਾ, ਹੱਡ ਤੋੜ ਵੀ ਮਿਹਨਤ ਕਰਦੇ ਨੇ, ਵੈਦਰ ਬੜਾ ਵਧੀਆ ਹੈਗਾ। ਸੋ ਮੈਨੂੰ ਲੱਗਦਾ ਵੀ ਜਿਹੜੇ ਇੱਥੋਂ ਵੀ ਜਿਹੜੇ ਪੰਜਾਬ ਤੋਂ ਸਾਡੇ ਵਰਗੇ ਨਿਕਲ ਕੇ ਵੀ ਇੱਥੇ ਆਏ ਆ, ਉਹ ਇਸ ਕਰਕੇ ਨਿਕਲ ਕੇ ਆਏ ਕਿ ਕੋਈ ਉਹਨਾਂ ਨੂੰ ਉੱਥੇ ਉਦੋਂ ਓਪਰਚੁਨਿਟੀਜ਼ ਦਿਖੀਆਂ ਨਹੀਂ। ਇੱਕ ਤਾਂ ਅਵੇਅਰਨੈਸ ਨਹੀਂ ਸੀ ਓਪਰਚੁਨਿਟੀਜ਼ ਦੀ, ਦੂਜਾ ਗਰਾਊਂਡ ਦੇ ਉੱਤੇ ਓਪਰਚੁਨਿਟੀਜ਼ ਹੁੰਦੀਆਂ ਸੀਗੀਆਂ ਵੀ ਨਹੀਂ, ਹੈ ਨਾ। ਸੋ ਮੈਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਨਾ ਡਿਸਕਸ਼ਨ ਚੱਲਣ ਦੀ ਲੋੜ ਆ, ਇਹ ਸਾਰੀਆਂ ਚੀਜ਼ਾਂ ਨੂੰ ਇੰਟਰੋਸਪੈਕਟ ਕਰਨ ਦੀ ਲੋੜ ਆ। ਜਿਹੜੀ ਇੱਕ ਚੀਜ਼ ਕੋਵਿਡ ਨੇ ਬੜੀ ਕੀਤੀ, ਜਿਹੜੀ ਡਿਫਰੈਂਟ ਕੀਤੀ, ਉਹ ਇਹ ਕੀਤੀ ਕਿ ਮੈਂ ਇਹ ਵੇਖ ਰਿਹਾ ਕਿ ਪੰਜਾਬੀਆਂ ਨੇ ਕਈ ਤਰ੍ਹਾਂ ਦੀਆਂ ਹਿੰਮਤਾਂ ਮਾਰੀਆਂ, ਹੈ ਨਾ। ਜਿਨ੍ਹਾਂ ਦੀਆਂ ਜੌਬਾਂ ਗਈਆਂ ਉਹਨਾਂ ਨੇ ਚੱਕ ਕੇ, ਕਈਆਂ ਨੇ ਆਪਦੇ ਫੂਡ ਸਟਾਲ ਸ਼ੁਰੂ ਕਰ ਲਏ, ਕਈਆਂ ਨੇ ਆਪਦੀ ਜਿਹੜੀ ਖੇਤੀ ਦੀ ਉਪਜ ਸੀ ਉਹ ਆਪ ਵੇਚਣ ਲੱਗ ਪਏ। ਮੈਂ ਕਿਹੋ ਜਿਹੇ ਸ਼ਖਸ ਨੂੰ ਜਾਣਦਾ, ਪਟਿਆਲੇ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ, ਅਤੇ ਮੈਂ ਉਹ ਦੇਖਿਆ ਕਿ ਉਹਨੇ ਵੇਖਿਆ ਕਿ ਹਾਂਜੀ ਦੁੱਧ ਦੀ ਜਿਵੇਂ ਸਪਲਾਈ ਸੀਗੀ, ਅਤੇ ਵਧੀਆ ਦੁੱਧ ਸ਼ਹਿਰਾਂ 'ਚ ਮਿਲਦਾ ਨਹੀਂ ਸੀਗਾ, ਅਤੇ ਇੱਧਰੋਂ ਜੱਟਾਂ ਨੂੰ ਦੁੱਧ ਦਾ ਭਾਅ ਜਿਹੜਾ ਸੀ ਘੱਟ ਮਿਲ ਰਿਹਾ ਸੀ। ਉਹਨੇ ਜੱਟਾਂ ਨੂੰ ਭਾਅ ਵਧਾ ਦਿੱਤਾ, ਨਾਲ ਦੀ ਨਾਲ ਉਹਨੇ ਦੁੱਧ ਦੀ ਪ੍ਰਾਈਸ ਵਧਾਤੀ, ਅਤੇ ਉਹਨੇ ਕਿਹਾ ਵੀ ਹਾਂ ਖਾਲਸ ਦੁੱਧ ਜਿਹੜਾ ਉਹ ਅਵੇਲੇਬਲ ਹੋਊਗਾ। ਐਂਡ ਦੈਨ ਮਤਲਬ ਹੀ ਐਕਸਪੈਂਡਡ, ਇੱਕ ਸ਼ਹਿਰ ਤੋਂ ਦੂਜਾ ਸ਼ਹਿਰ ਐਕਸਪੈਂਡਡ, ਮਤਲਬ ਜੱਟ ਨੇ ਪਰ ਆਪਣੀ ਸੇਲ ਆਪ ਕਰ ਰਹੇ ਨੇ, ਠੀਕ ਹੈ ਜੀ। ਉਹਦੇ ਨਾਲ ਮਿਡਲਮੈਨ ਕੱਟੇ ਗਏ, ਜੱਟ ਵੀ ਖੁਸ਼ਹਾਲ ਹੋਇਆ, ਅਤੇ ਜਿਹੜੇ ਜੱਟ ਕੋ ਮੁੜ ਕੇ ਜਿਉਂ ਤੁਸੀਂ ਐਕਸਪੈਂਡ ਕਰ ਰਹੇ ਹੋ, ਜਿਹੜੇ ਜੱਟ ਕੋ ਤੁਸੀਂ ਖਰੀਦ ਰਹੇ ਹੋ, ਉਹਨੂੰ ਵੀ ਭਾਅ ਵੱਧ ਦੇ ਰਹੇ ਹੋ। ਸੋ ਮੈਨੂੰ ਲੱਗਦਾ ਵੀ ਇੱਦਾਂ ਦੇ ਕਈ ਮਾਡਲ ਨੇ, ਸੈਲਫ ਸਫੀਸ਼ੀਐਂਟ ਮਾਡਲ ਪੰਜਾਬ ਨੂੰ ਸੋਚਣੇ ਪੈਣਗੇ। ਪੰਜਾਬ ਤੋਂ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਕੋਨਮਿਸਟ ਨੇ ਜਿਹੜੇ ਦੁਨੀਆ ਭਰ 'ਚ ਫੈਲੇ ਹੋਏ ਨੇ। ਪੰਜਾਬ ਦੇ ਵਿੱਚ ਜੇ ਗਵਰਨਮੈਂਟ ਇੱਕ ਇੱਦਾਂ ਦੀ ਆਏ ਜਿਹੜੀ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਹੋਵੇ। ਪੰਜਾਬ ਦੇ ਵਿੱਚ ਪ੍ਰੋਬਲਮ ਇਹ ਹੋਈ ਆ ਕਿ ਜਿਹੜੀਆਂ ਵੀ ਗਵਰਨਮੈਂਟਸ ਆਈਆਂ, ਭਾਵੇਂ ਉਹ ਅਕਾਲੀਆਂ ਦੀ ਗਵਰਨਮੈਂਟ ਆਈ, ਭਾਵੇਂ ਉਹ ਕਾਂਗਰਸ ਦੀ ਗਵਰਨਮੈਂਟ ਆਈ, ਇਟ ਕੇਮ ਐਜ਼ ਅ ਰਿਪਰੈਜ਼ੈਂਟੇਟਿਵ ਗਵਰਨਮੈਂਟ, ਸੈਂਟਰ ਸਟੇਟ ਦੀ ਰਿਪਰੈਜ਼ੈਂਟੇਟਿਵ ਗਵਰਨਮੈਂਟ ਆਈ। ਜਦੋਂ ਆਮ ਆਦਮੀ ਪਾਰਟੀ ਦੀ ਵੀ ਪੰਜਾਬ ਦੇ ਵਿੱਚ ਰਾਈਜ਼ ਹੋਇਆ, ਤਾਂ ਉਹਦੇ ਡਾਊਨਫਾਲ ਦਾ ਰੀਜ਼ਨ ਇਹੀ ਸੀਗਾ ਕਿ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਲੱਗਣ ਲੱਗ ਪਿਆ ਵੀ ਸਾਡੀ ਰਿਪਰੈਜ਼ੈਂਟੇਟਿਵ ਗਵਰਨਮੈਂਟ ਨਹੀਂ ਆ, ਇਹ ਦਿੱਲੀ ਤੋਂ ਚੱਲਣ ਵਾਲੀ ਗਵਰਨਮੈਂਟ ਹੋਊਗੀ। ਸੋ ਮੈਨੂੰ ਲੱਗਦਾ ਵੀ ਜੇ ਇੱਥੋਂ ਕੁਛ ਵੀ ਨਿਕਲ ਕੇ ਪੰਜਾਬੀਆਂ ਨੇ ਸਿੱਖਣਾ, ਤਾਂ ਇਹ ਸਿੱਖਣਾ ਪ੍ਰਧਾਨਗੀਆਂ ਦੀ ਜਗ੍ਹਾ ਦੇ ਉੱਤੇ ਇਹ ਵੇਖਣ ਕਿ ਅਸੀਂ ਕਿਵੇਂ ਇੱਕ ਇੱਦਾਂ ਦੀ ਆਰਗੇਨਾਈਜੇਸ਼ਨ, ਇੱਦਾਂ ਦੀ ਲੋਕ ਪੱਖੀ ਮੂਵਮੈਂਟ ਸ਼ੁਰੂ ਕਰਨੀ ਆ ਜਿਹੜੀ ਜਵਾਬ ਦੇ ਕਰੇ ਰਿਪਰੈਜ਼ੈਂਟੇਟਿਵਸ ਨੂੰ। ਅਤੇ ਜੇ ਪੰਜਾਬ ਦੇ ਵਿੱਚ ਇੱਦਾਂ ਦੀਆਂ ਗਵਰਨਮੈਂਟਸ ਬਣਦੀਆਂ ਨੇ, ਪੰਜਾਬ ਦੇ ਵਿੱਚ ਇੱਦਾਂ ਦਾ ਜੇ ਇੱਕ ਵੀ ਚੀਫ ਮਿਨਿਸਟਰ ਬਣਦਾ ਜਿਹੜਾ ਕਹਿੰਦਾ ਕਿ ਹਾਂ ਮੈਨੂੰ ਦੁਨੀਆ ਭਰ ਦੇ ਇਕਨੋਮਿਸਟ ਦੀ, ਦੁਨੀਆ ਭਰ ਦੇ ਐਗਰੀਕਲਚਰ ਐਕਸਪਰਟਸ ਦੀ ਲੋੜ ਆ, ਮੈਨੂੰ ਲੱਗਦਾ ਵੀ ਇੱਕ ਕਾਲ ਕਰਨ ਦੀ ਲੋੜ ਆ, ਅਤੇ ਦੁਨੀਆ ਭਰ ਦੇ ਲੋਕ ਛੱਡ ਕੇ ਉੱਥੇ ਹੈਲਪ ਕਰਨ ਲਈ ਜਾਣਗੇ। ਪਰ ਇਸ ਚੀਜ਼ ਦੇ ਲਈ ਬਹੁਤ ਇੰਪੋਰਟੈਂਟ ਆ 2-3 ਚੀਜ਼ਾਂ। ਇੱਕ, ਪੰਜਾਬ ਦੇ ਪਿੰਡ ਦੇ ਵਿੱਚ ਅਕਾਲੀ ਅਤੇ ਆਪਣਾ ਕਾਂਗਰਸੀ ਅਤੇ ਆਪ ਦੀਆਂ ਵੰਡੀਆਂ ਜਿਹੜੀਆਂ ਉਹ ਪੈ ਗਈਆਂ ਹੋਈਆਂ, ਉਹਨਾਂ 'ਚੋਂ ਬਾਹਰ ਨਿਕਲ ਕੇ ਹੁਣ ਜਿਵੇਂ ਪੰਜਾਬੀਆਂ ਨੂੰ ਪੰਜਾਬੀਆਂ ਵਾਂਗੂ ਸੋਚ ਰਹੇ ਨਾ, ਉਹਦੇ ਵਿੱਚ ਅਕਾਲੀ ਨਹੀਂ ਦਿਖ ਰਿਹਾ, ਉਹ 'ਚ ਕਾਂਗਰਸੀ ਨਹੀਂ ਦਿਖ ਰਿਹਾ, ਉਹ 'ਚ ਆਪ ਵਾਲਿਆਂ ਨੂੰ ਦਿਖ ਰਿਹਾ, ਉਹ 'ਚ ਪੰਜਾਬੀ ਦਿਖ ਰਿਹਾ। ਜੇ ਲੋਕੀ ਇੱਦਾਂ ਸੋਚਣੇ ਪਿੰਡਾਂ ਸ਼ੁਰੂ ਕਰਨਗੇ, ਪਿੰਡਾਂ ਦੇ ਵਿੱਚੋਂ ਜਿਹੜੇ ਪੋਲੀਟੀਕਲ ਪਾੜੇ ਜਿਹੜੇ ਆ, ਹੈ ਨਾ, ਵੀ ਸਾਡਾ ਜਿਹੜਾ ਨੁਕਸਾਨ ਹੋਇਆ ਪੋਲੀਟੀਕਲ ਪਾੜਿਆਂ ਕਰਕੇ, ਪੋਲੀਟੀਕਲ ਪਾੜੇ ਨਿਕਲਣਗੇ, ਉਹ 'ਚੋਂ ਪੰਜਾਬੀਆਂ ਵਾਂਗੂ ਲੋਕੀ ਸੋਚਣਾ ਸ਼ੁਰੂ ਕਰਨਗੇ। ਗਵਰਨਮੈਂਟਸ ਇੱਦਾਂ ਦੀਆਂ ਬਣਾਉਣਗੇ ਜਿਹੜੀਆਂ ਲੋਕਾਂ ਨੂੰ ਜਵਾਬਦੇਹ ਹੋਣ, ਠੀਕ ਹੈ। ਇਹ ਓਬਵੀਅਸਲੀ ਇਹ 2-3-4 ਸਾਲ ਦਾ ਪ੍ਰੋਜੈਕਟ ਨਹੀਂ ਹੈਗਾ, ਪਰ ਜੇ ਇੱਕ ਹੀ ਚੀਜ਼ ਇਸ ਮੂਵਮੈਂਟ ਨੇ ਸਿਖਾਈ ਆ, ਉਹ ਇਹ ਸਿਖਾਈ ਆ ਵੀ ਗੁਰੂ 'ਤੇ ਓਟ ਆਸਰਾ ਰੱਖ ਕੇ ਨਿਰਾਸ਼ ਨਾ ਹੋ ਕੇ
ਜੇ ਪੰਜਾਬ ਦੇ ਲੋਕ ਮਤਲਬ ਕਿਸੇ ਚੀਜ਼ ਨੂੰ ਠਾਣ ਲੈਣ ਤਾਂ ਫਿਰ ਕੋਈ ਵੀ ਚੀਜ਼ ਉਹਨਾਂ ਨੂੰ ਰੋਕ ਨਹੀਂ ਸਕਦੀ। ਅੱਛਾ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਵੀ ਜੇ ਤੁਸੀਂ ਮੈਸੇਜ ਦੇਣਾ ਚਾਹੋ ਕਮਿਊਨਿਟੀ ਦੇ ਲੋਕ ਜਿਹੜੇ ਦੇਖ ਰਹੇ ਨੇ, ਦਰਸ਼ਕ ਜਿਹੜੇ ਦੇਖ ਰਹੇ ਨੇ, ਵੀ ਉਹ ਕੀ ਹੋਏਗਾ? ਪ੍ਰੋਟੈਸਟ ਦੇ ਰਿਲੇਟਡ ਕਹਿ ਲਓ ਜਾਂ ਪੰਜਾਬ ਦੇ ਫਿਊਚਰ ਦੇ ਰਿਲੇਟਡ ਕੀ ਹੋਏਗਾ? ਮੈਂ ਜੇ ਦੋ ਮੈਸੇਜ ਜਿਵੇਂ ਦੇਣਾ ਚਾਹਾਂਗਾ, ਇੱਕ ਤਾਂ ਓਵਰਆਲ ਪੰਜਾਬੀ ਕਮਿਊਨਿਟੀ ਨੂੰ ਮੈਂ ਉਹ ਹੀ ਕਹਾਂਗਾ ਕਿ ਵੇਖੋ ਚੜ੍ਹਦੀ ਕਲਾ ਦੀਆਂ ਬਾਤਾਂ, ਚੜ੍ਹਦੀ ਕਲਾ ਦੀਆਂ ਗੱਲਾਂ ਜਿਹੜੀਆਂ ਨੇ ਉਹ ਦੁਨੀਆ 'ਤੇ ਚੇਂਜ ਲਿਆ ਦਿੰਦੀਆਂ ਨੇ, ਠੀਕ ਹੈ ਨਾ। ਸੋ ਮੈਨੂੰ ਲੱਗਦਾ ਕਿ ਜਿਹੜਾ ਜਿੱਦਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ, ਜਿੱਦਾਂ ਦਾ ਸਾਡਾ ਨੈਰੇਟਿਵ ਹੁੰਦਾ, ਜਿੱਦਾਂ ਦੇ ਸਾਡੇ ਗਾਣੇ ਹੁੰਦੇ ਆ, ਜਿੱਦਾਂ ਦੀਆਂ ਸਾਡੀਆਂ ਕਹਾਣੀਆਂ ਹੁੰਦੀਆਂ, ਉਹ ਸਾਡਾ ਕਰੈਕਟਰ ਬਿਲਡ ਕਰਦੀਆਂ ਉਸ ਹਿਸਾਬ ਦਾ, ਉਸੇ ਤਰ੍ਹਾਂ ਦੇ ਅਸੀਂ ਲੋਕ ਬਣ ਜਾਂਦੇ ਹਾਂ। ਸੋ ਚੜ੍ਹਦੀ ਕਲਾ ਦੀਆਂ ਬਾਤਾਂ ਜਿਹੜੀਆਂ ਮੈਨੂੰ ਲੱਗਦਾ ਵੀ ਇਹ ਜਿਸ ਹਿਸਾਬ ਨਾਲ ਹੁਣ ਹੋ ਰਹੀਆਂ, ਅਗਾਮੀ ਇਸੇ ਤਰ੍ਹਾਂ ਦੀ ਚੜ੍ਹਦੀ ਕਲਾ ਦੀਆਂ ਬਾਤਾਂ ਹੋਣੀਆਂ ਚਾਹੀਦੀਆਂ। ਅਤੇ ਜਿਹੜੀ ਇੱਥੇ ਦੀ ਕਮਿਊਨਿਟੀ ਆ, ਉਹ ਮੈਨੂੰ ਲੱਗਦਾ ਵੀ ਜਿਹੜਾ ਸਭ ਤੋਂ ਵਧੀਆ ਵਰਤਾਰਾ ਵੇਖਣ ਨੂੰ ਮਿਲਿਆ ਕਿ ਅਸੀਂ 1.5 ਸਾਲ ਪਹਿਲਾਂ ਇਹ ਟੀਮ ਵੀ ਕੇਅਰ ਸ਼ੁਰੂ ਕੀਤੀ ਸੀਗੀ ਇੱਥੇ, ਅਤੇ ਅਸੀਂ ਇਹੀ ਕਹਿੰਦੇ ਸੀਗੇ ਵੀ ਇਹੀ ਜਿਹੜੇ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ, ਇਹੀ ਇੱਥੇ ਦੇ ਪੰਜਾਬ ਦੀ ਕਮਿਊਨਿਟੀ ਦਾ ਭਵਿੱਖ ਨੇ। ਅਤੇ ਹੁਣ ਜੇ ਤੁਸੀਂ ਵੇਖੋ ਕਿ ਜਦੋਂ ਪੰਜਾਬ ਦੇ ਮੁੱਦੇ ਆਏ ਅਤੇ ਰੋਡਸ ਦੇ ਉੱਤੇ ਹੈ ਨਾ, ਉਹਨਾਂ ਚੀਜ਼ਾਂ ਦੇ ਹੱਕ 'ਚ ਸਭ ਤੋਂ ਪਹਿਲਾਂ ਖੜਨ ਵਾਲੇ ਉਹੀ ਇੰਟਰਨੈਸ਼ਨਲ ਸਟੂਡੈਂਟ ਸੀਗੇ, ਹੈ ਨਾ, ਜਿਹੜੀਆਂ ਆਪਦੀਆਂ ਜੋਬਾਂ ਛੱਡ ਕੇ ਕਈ ਵਾਰੀ ਉੱਥੇ ਖੜ ਰਹੇ ਸੀਗੇ। ਸੋ ਤੁਸੀਂ ਇਹ ਵੇਖੋ ਕਿ ਜਿਹੜੀ ਐਡਵੋਕੇਸੀ ਇਹਨਾਂ ਵੱਲੋਂ ਨਿਕਲ ਕੇ ਆਈ, ਉਹ ਐਡੀ ਸੁਹਿਰਦਾਈ, ਹੈ ਨਾ। ਸੋ ਮੈਨੂੰ ਲੱਗਦਾ ਵੀ ਇਹ ਜਿਹੜੀ ਮੂਵਮੈਂਟ ਹੋਈ ਹੈ, ਕਈ ਪੱਧਰ 'ਤੇ ਪਾੜਿਆਂ ਨੂੰ ਪੂਰਨ ਦਾ ਕੰਮ ਕਰੂਗੀ। ਤਾਂ ਮੈਨੂੰ ਲੱਗਦਾ ਵੀ ਜਿਹੜੀਆਂ ਪੰਜਾਬ ਦੀ ਜਿਹੜਾ ਫਿਊਚਰ ਆ, ਉਹ ਚੜ੍ਹਦੀ ਕਲਾ ਦੀਆਂ ਗੱਲਾਂ, ਚੜ੍ਹਦੀ ਕਲਾ ਦੀਆਂ ਬਾਤਾਂ, ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਗੱਲਾਂ ਦੇ ਵਿੱਚ। ਤੁਹਾਡਾ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਇਸ ਸਨ ਟੀਮ ਵੀ ਕੇਅਰ ਦੇ ਵਲੰਟੀਅਰਸ ਜਿਨ੍ਹਾਂ ਨੇ ਗੱਲਬਾਤ ਦੌਰਾਨ ਸਾਨੂੰ ਦੱਸਿਆ ਵੀ ਕਿੱਦਾਂ ਉਹ ਪ੍ਰੋਟੈਸਟ ਦੇ ਨਾਲ ਅਵੇਅਰਨੈਸ ਜਿਹੜੀਆਂ ਨੇ ਉਹ ਫੈਲਾ ਰਹੇ ਨੇ, ਵੱਖ-ਵੱਖ ਕਮਿਊਨਿਟੀਜ਼ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਆਪਣੀ ਕਿਸਾਨ ਅੰਦੋਲਨ ਨੂੰ ਲੈ ਕੇ। ਸੋ ਇਦਾਂ ਦੀਆਂ ਹੋਰ ਅਪਡੇਟਸ ਲੈ ਕੇ ਅਸੀਂ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।